ਕੀ ਹਾਲ ਚਾਲ ਘਰ ਹਾਂ ਠੀਕ ਹੈ। ਤੁਹਾਨੂੰ ਲੋਹੜੀ ਦੀਆਂ ਮੁਬਾਰਕਾਂ। ਆ ਲੋੜੀ ਦੀ ਹਾਂ ਇੱਥੇ ਕਿਵੇਂ ਹੋ ਮਾਂ ਤੁਸੀਂ ਕਦੋਂ ਤੋਂ? ਬਿਰਧ ਆਸ਼ਰਮ ਪੰਜਾਬੀ ਸੱਭਿਆਚਾਰ ਦੇ ਵਿੱਚ ਜੇ ਦੇਖਿਆ ਜਾਵੇ ਤੇ ਇਹ ਸ਼ਬਦ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਸੇਵਾ ਦਾ ਪ੍ਰਤੀਕ ਨਜ਼ਰ ਆਉਂਦਾ ਹੈ। ਬਾਪੂ ਜੀ ਲਖਵਿੰਦਰ ਵੀਰ ਜੀ ਬਹੁਤ ਸੋਹਣੇ ਤਰੀਕੇ ਨਾਲ ਸਾਂਭਦੇ ਆ ਤੁਹਾਨੂੰ, ਹੈ ਖੁਸ਼ ਹੋ ਤੁਸੀਂ ਇੱਥੇ? ਤੁਹਾਡਾ ਹੁਣ ਕਿਉਂ ਮਨ ਭਰਿਆ ਆ? ਇਹਨਾਂ ਦੀ ਗੱਲ ਛੇੜ ਲਈ ਨਾ ਤਾਂ ਥੋੜਾ ਉਹਨਾਂ ਨੂੰ ਇਮੋਸ਼ਨਲ ਹੋ ਗਿਆ। ਮਾਂ ਤੁਹਾਡੇ ਬੱਚੇ ਕਦੇ ਮਿਲਣ ਨਹੀਂ ਆਏ ਤੁਹਾਨੂੰ ਯਾਦ ਨਹੀਂ ਆਉਂਦੀ ਉਹਨਾਂ ਦੀ? ਨਹੀਂ ਹੁੰਦੇ, ਨਹੀਂ ਆਉਂਦੇ, ਮਿਲਣੇ ਨਹੀਂ ਆਉਂਦੇ। ਤੁਹਾਨੂੰ ਯਾਦ ਆਉਂਦੀ? ਤੁਹਾਨੂੰ ਯਾਦ ਆਉਂਦੀ? ਹਾਂਜੀ। ਕਿ ਕਿਸੇ ਬਿਰਧ ਆਸ਼ਰਮ ਦੇ ਵਿੱਚ ਬਜ਼ੁਰਗਾਂ ਦੀ ਸੇਵਾ ਹੁੰਦੀ ਆ, ਪਰ ਨਾਲ ਦੀ ਨਾਲ ਜਿੱਥੇ ਬਿਰਧ ਆਸ਼ਰਮ ਜਾਂ ਅਨਾਥ ਆਸ਼ਰਮ ਨੇ ਉਹ ਸਾਡੇ ਸਮਾਜ ਦੇ ਉੱਤੇ ਇੱਕ ਧੱਬਾ ਵੀ ਨੇ। ਸੋ ਇਹ ਧੱਬਾ ਕਿਵੇਂ ਨੇ ਕਿ ਜਿਸ ਸੱਭਿਆਚਾਰ ਦੇ ਵਿੱਚ ਸਾਨੂੰ ਸ਼ੁਰੂ ਤੋਂ ਵਿਰਾਸਤ ਦੇ ਵਿੱਚ ਬਜ਼ੁਰਗਾਂ ਦੀ ਸੇਵਾ ਕਰਨ ਦੀ ਗੱਲ ਕਹੀ ਜਾਂਦੀ ਆ ਔਰ ਆਪਣਿਆਂ ਨੂੰ ਸਾਂਭ ਕੇ ਰੱਖਣ ਦੀ ਗੱਲ ਕਹੀ ਜਾਂਦੀ ਆ, ਉੱਥੇ ਜੇ ਪੰਜਾਬ ਦੀ ਗੱਲ ਕਰੀਏ ਜਾਂ ਪੂਰੇ ਭਾਰਤ ਵਰਸ਼ ਦੀ ਗੱਲ ਕਰੀਏ ਤੇ ਉੱਥੇ ਬਿਰਧ ਆਸ਼ਰਮਾਂ ਤੇ ਅਨਾਥ ਆਸ਼ਰਮਾਂ ਦੀ ਗਿਣਤੀ ਜਿਹੜੀ ਆ ਉਹ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਇੱਥੇ ਕਦੋਂ ਤੋਂ ਆ ਬਾਪੂ ਜੀ ਤੁਸੀਂ? 5 ਮਹੀਨੇ ਹੋ ਗਏ। ਪਰਿਵਾਰ ਕਿੱਥੇ ਹੈ ਤੁਹਾਡਾ? ਖੰਨੇ ਕਾਰਾਂ ਦੀ ਉਮਰ ਕੀ ਅੱਛਾ ਕੱਲਾ ਹੀ ਆ। ਇਹ ਵੀਰੇ ਕੋਲ ਕੋਲੇ ਫਿਰ ਕਿਵੇਂ ਆਏ ਤੁਸੀਂ? ਭਤੀਜੇ ਹੀ ਲੈ ਕੇ ਆਏ ਸੀ। ਅੱਛਾ ਇਹ ਤੁਹਾਡਾ ਘਰ? ਖੰਨੇ ਹੀ ਆ। ਯਾਦ ਵੀ ਆਉਂਦੀ ਆ? ਠੀਕ ਹੈ, ਚੱਲ ਠੀਕ ਹੈ ਸਰ ਹੈ। ਨਹੀਂ ਪਰ ਤੁਸੀਂ ਦੱਸਿਆ, ਤੁਸੀਂ ਇਦਾਂ ਕਿਉਂ ਕਰ ਰਹੇ ਹੋ? ਜੇ ਯਾਦ ਆਉਂਦੀ ਤੇ ਦੱਸੋ, ਤੁਹਾਨੂੰ ਯਾਦ ਵੀ ਆਉਂਦੀ ਆ? ਕੁਝ ਯਾਦ ਆ ਮਾਂ ਤੁਹਾਨੂੰ? ਠੀਕ ਹੈ ਬਸ ਸਾਰੇ ਠੀਕ ਹੈ ਭਾਈ। ਬਸ ਸਬਰ ਹੀ ਕਰਨਾ ਹੁਣ। ਸਭ ਤੱਕ ਕੋਈ ਹੋ ਨਹੀਂ। ਦੋਨੋਂ ਹੀ ਇੱਥੇ ਆ ਤੁਸੀਂ? ਕਿਉਂ? ਬਸ ਜੀ ਥੋੜੇ ਜਿਹੇ ਬੱਚੇ ਨਹੀਂ ਠੀਕ ਹੈਗੇ। ਕਦੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ? ਇੱਕ ਸਾਲ ਹੋ ਜਾ ਪ੍ਰੋਬਲਮ ਆਉਂਦਾ। ਕਹਿੰਦੇ ਨਹੀਂ ਵੀ ਪਾਪਾ ਵਾਪਸ ਆ ਜਾਓ? ਪੁੱਤੇ ਪੁੱਤੀਆਂ ਹੈਗੇ ਸਭ ਕੁਝ? ਤੁਹਾਡੀ ਲੋੜ ਨਹੀਂ ਉਹਨਾਂ ਨੂੰ। ਕਿਸਮਤ ਦੀ ਗੱਲ ਹੁੰਦੀ ਹੈ ਜੀ। ਆਪਾਂ ਤਾਂ ਸੁਣਦੇ ਹੁੰਦੇ ਸੀ ਵੀ ਦੀਵਾਲੀ ਦੁਸ਼ਹਿਰੇ ਦੇ ਉੱਤੇ ਜਿਹੜੇ ਫੌਜੀ ਸਰਹੱਦਾਂ ਤੇ ਹੁੰਦੇ ਨੇ ਉਹ ਵੀ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਨੇ, ਬਟ ਇਹਨਾਂ ਨੂੰ ਮਿਲਣ ਦੇ ਲਈ ਕਦੇ ਵੀ ਕੋਈ ਮਤਲਬ ਇਹਨਾਂ ਦਾ ਪਰਿਵਾਰਿਕ ਨਹੀਂ ਆ ਪਾਉਂਦਾ ਮੈਂਬਰ। ਤਿਉਹਾਰਾਂ ਤੇ ਮਾਂ ਚੇਤੇ ਤਾਂ ਆਉਂਦਾ ਹੋਊਗਾ ਪਹਿਲਾਂ ਜਦੋਂ ਪੁੱਤ ਹੁੰਦਾ ਸੀ, ਪਤੀ ਬਸ ਹੈਗੇ ਨੇ ਸਾਡੇ ਸਰ ਜੀ, ਸਾਨੂੰ ਸਾਰਾ ਦਿਨ ਤਿਉਹਾਰ ਸਾਡਾ ਮਨਾਉਂਦੇ ਨੇ ਇਹ। ਹਾਂਜੀ ਹਾਂਜੀ, ਸਾਨੂੰ ਸਾਰਾ ਦਿਨ ਤਿਉਹਾਰ ਕੋਈ ਐਸਾ ਜਾਣ ਨਹੀਂ ਦਿੰਦੇ ਹੈਗੇ ਵੀ ਸਾਡਾ ਸਾਡੇ ਨਾਲ ਨਾ ਬਣਾਉਣ। ਮਾਂ ਕੀ ਨਾਮ ਸੀ ਤੁਹਾਡੇ ਬੇਟੇ ਦਾ? ਰੇਤ ਕੀ ਨੰਦਨ ਨੇ ਦੋਲਾ ਉਹਨੂੰ ਕੀ ਪਸੰਦ ਸੀ ਖਾਣ ਪੀਣ ਚ, ਯਾਦ ਆਉਂਦਾ? आंधा तो है पर क्या करो, अब सब कुछ भूल गए। अब हमारे बेटा सब कुछ सर जी है हमारे। ਵਿੰਦਰ ਭਾਈ हाँ जी, मैं तो गुस्सा भी हो जाती हूँ पर फिर बहुत सेवा करते अच्छा हैं, आप गुस्सा भी हो जाते हैं इन पे? बहुत गुस्सा। तो फिर कोई बात नहीं, गुस्सा हो जाते तो फिर क्या हुआ? आप घर पे भी तो होते थे ना बेटे में, अब ये बेटा है तो फिर गुस्सा भी तो झेलेगा ना आपका, है ना? हाँ जी, ਪੁੱਤੇ ਪੁੱਤੀਆਂ ਹੈਗੇ? ਸਭ ਕੁਛ ਹੈਗਾ ਜੀ। ਉਹ ਤਾਂ ਆਉਂਦਾ ਹੋਊਗਾ ਬਾਪੂ। ਆਉਂਦਾ ਤਾਂ ਹੈਗਾ, ਫਿਰ ਹੁਣ ਕਰਾਂ ਕੀ ਆ, ਮਜਬੂਰ ਹੈਗਾ ਮੈਂ। ਤੁਹਾਨੂੰ ਵੀ ਗੁੱਸਾ ਆਉਂਦਾ ਇਹਦਾ ਮਤਲਬ? ਗੁੱਸਾ ਆਉਂਦਾ, ਹੋਰ ਕੀ ਕਰਾਂ ਮੈਂ। ਬੇਟੀਆਂ ਨੇ ਬੇਟੀਆਂ ਰੱਖਣਾ ਚਾਹੁੰਦੀਆਂ ਨੇ, ਪਰ ਮੈਂ ਉੱਥੇ ਕਿਵੇਂ ਰਵਾਂ? ਸਾਹਿਬ ਨੇ ਪਹਿਲਾਂ ਦੱਸ ਹੀ ਦਿੱਤਾ। ਹੁਣ ਜਿਹੜੇ ਜਵਾਈ ਨੇ ਉਹਨਾਂ ਦੇ ਕੋਲ ਮੰਜਾ ਢਾ ਕੇ ਬੈੱਡ ਤੇ ਮੈਂ ਕਿਵੇਂ ਪੈ ਸਕਦਾ? ਬੇਟੀਆਂ ਦੇ ਕੋਲ ਪੈ ਨਹੀਂ ਸਕਦਾ ਨਾ ਮੈਂ, ਬੇਟੇ ਦੇ ਘਰ ਰਹਿ ਨਹੀਂ ਸਕਦਾ, ਰਹਾਂ ਕਿੱਥੇ? ਇੱਥੇ ਬਸ ਲਾਸਟ ਇਹੀ ਘਰ ਹੈ। ਸੋ ਦੇਖ ਸਕਦੇ ਹੋ ਬਹੁਤ ਪਰੇਸ਼ਾਨੀ ਵਾਲੇ ਹਾਲਾਤਾਂ 'ਚ ਪਤਾ ਨਹੀਂ ਕੀ ਮਨਾਂ ਦੇ ਵਿੱਚ ਆਉਂਦਾ ਹੋਊਗਾ ਤੇ ਕੀ ਨਹੀਂ। ਸੋ ਹਮੇਸ਼ਾ ਅਸੀਂ ਖਾਸ ਮੌਕਿਆਂ ਦੇ ਉੱਤੇ ਦੇਖਦੇ ਹਾਂ ਕਿ ਲੋਕ ਉਹਨਾਂ ਲੋਕਾਂ ਦੇ ਨਾਲ ਜਾ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਨ੍ਹਾਂ ਦਾ ਆਪਣਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ, ਜਾਂ ਫਿਰ ਜਿਨ੍ਹਾਂ ਦੇ ਆਪਣੇ ਹੈਗੇ ਆ ਪਰ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਬੇਮੁਖ ਹੋ ਕੇ ਆਪਣੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਇਕੱਲਿਆਂ ਜਿਉਣ ਦੇ ਲਈ ਮਜਬੂਰ ਕਰ ਦਿੰਦੇ ਨੇ। ਸੋ ਅੱਜ ਲੋਹੜੀ ਦਾ ਪਵਿੱਤਰ ਪਰਵ ਹੈ, ਕੱਲ੍ਹ ਨੂੰ ਮਾਘੀ ਦਾ ਵੀ ਤਿਉਹਾਰ ਮਨਾਇਆ ਜਾਣਾ ਹੈ ਤੇ ਔਨ ਏਅਰ ਦੀ ਕੋਸ਼ਿਸ਼ ਸੀ ਕਿ ਅੱਜ ਉਹਨਾਂ ਕੁਝ ਬਜ਼ੁਰਗਾਂ ਦੇ ਨਾਲ ਬੈਠ ਕੇ ਲੋਹੜੀ ਮਨਾਈ ਜਾਵੇ ਜਿਹੜੇ ਆਪਣਿਆਂ ਤੋਂ ਦੂਰ ਨੇ। ਕਈ ਵਜ੍ਹਾ ਕਰਕੇ ਕਈਆਂ ਦੇ ਆਪਣਿਆਂ ਨੇ ਉਹਨਾਂ ਦੇ ਵੱਲੋਂ ਮੁੱਖ ਮੋੜ ਲਿਆ, ਪਰ ਕਈਆਂ ਦਾ
ਕੱਲਿਆਂ ਅਨਾਥ ਆਸ਼ਰਮਾਂ ਬਿਰਧ ਆਸ਼ਰਮਾਂ ਦੇ ਵਿੱਚ ਰਹਿਣਾ ਮਜਬੂਰੀ ਬਣ ਗਈ, ਕਿਉਂਕਿ ਉਹਨਾਂ ਦਾ ਆਪਣਾ ਕੋਈ ਦੁਨੀਆ ਦੇ ਉੱਤੇ ਬੱਚਾ ਨਹੀਂ ਆ। ਸੋ ਇਸ ਵੇਲੇ ਮੈਂ ਲੋਹੜੀ ਦਾ ਤਿਉਹਾਰ ਮਨਾਉਣ ਦੇ ਲਈ ਬਿਰਧ ਆਸ਼ਰਮ ਪਿੰਡ ਰੌਂਗਲਾ, ਪਟਿਆਲੇ ਦੇ ਨੇੜੇ ਛੋਟਾ ਜਿਹਾ ਪਿੰਡ ਰੌਂਗਲਾ ਹੈ, ਇੱਥੇ ਇੱਕ ਬਿਰਧ ਆਸ਼ਰਮ ਬਣਿਆ ਹੋਇਆ ਔਰ ਜਲਦੀ ਜਿਹੜੀ ਅਸੀਂ ਲੋਹੜੀ ਸੈਲੀਬ੍ਰੇਟ ਕਰਾਂਗੇ। ਉਸ ਤੋਂ ਬਾਅਦ ਬਜ਼ੁਰਗਾਂ ਦੇ ਨਾਲ, ਉੱਥੋਂ ਦੇ ਪ੍ਰਬੰਧਕ ਵੀਰਾਂ ਦੇ ਨਾਲ ਵੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਅੱਜ ਦੇ ਇਸ ਖੁਸ਼ੀਆਂ ਦੇ ਮੌਕੇ ਦੇ ਉੱਤੇ ਇਹ ਬਜ਼ੁਰਗ ਕੱਲੇ ਕਿਉਂ ਨੇ, ਇਹਨਾਂ ਦੇ ਆਪਣੇ ਕਿੱਥੇ ਨੇ ਤੇ ਕਿਉਂ ਉਹ ਇਹਨਾਂ ਨੂੰ ਅੱਜ ਖਾਸ ਦਿਨ ਦੇ ਉੱਤੇ ਵੀ ਮਿਲਣ ਨਹੀਂ ਆਏ। ਸੋ ਲੋਹੜੀ ਦਾ ਤਿਉਹਾਰ ਬਜ਼ੁਰਗਾਂ ਦੇ ਨਾਲ ਮਨਾਉਂਦੇ ਆ ਤੇ ਕਰਦੇ ਉਹਨਾਂ ਦੇ ਨਾਲ ਗੱਲਾਂ ਬਾਤਾਂ। ਸੋ ਲੋਹੜੀ ਦਾ ਤਿਉਹਾਰ ਅਸੀਂ ਮਨਾਇਆ ਔਰ ਬਜ਼ੁਰਗਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਉਸ ਤੋਂ ਪਹਿਲਾਂ ਇੱਥੇ ਕੁਝ ਬਜ਼ੁਰਗ ਹੈਗੇ ਆ ਜਿਹੜੇ ਬਿਲਕੁਲ ਜ਼ਿਆਦਾ ਠੀਕ ਨਹੀਂ ਹੈਗੇ, ਸ਼ਾਇਦ ਉਹ ਆਪਣੇ ਅਤੀਤ ਬਾਰੇ ਬਹੁਤ ਖੁੱਲ੍ਹ ਕੇ ਗੱਲ ਨਾ ਕਰ ਪਾਉਣ, ਕਿਉਂਕਿ ਬਹੁਤਿਆਂ ਦਾ ਅਤੀਤ ਜਿਹੜਾ ਉਹ ਅੱਜ ਲੋਹੜੀ ਦਾ ਸ਼ੁਭ ਤਿਉਹਾਰ ਆ, ਪਰ ਇਹਨਾਂ ਲੋਕਾਂ ਦੀ ਗੱਲ ਕਰਨੀ ਇਸ ਲਈ ਜ਼ਰੂਰੀ ਆ ਕਿਉਂਕਿ ਇਹਨਾਂ ਨੂੰ ਇਹਨਾਂ ਦੇ ਅਤੀਤ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਤੇ ਇਹਨਾਂ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਇੱਦਾਂ ਦੇ ਨੇ ਜਿਨ੍ਹਾਂ ਨੂੰ ਸ਼ਾਇਦ ਉਹਨਾਂ ਦੇ ਬੱਚਿਆਂ ਨੇ ਘਰੋਂ ਨਹੀਂ ਕੱਢਿਆ, ਪਰ ਕਿਉਂਕਿ ਉਹਨਾਂ ਦਾ ਕੋਈ ਬੱਚਾ ਹੀ ਨਹੀਂ ਆ, 2-3 ਬੱਚੇ ਜਿਹੜੇ ਆ ਉਹ ਇਸ ਦੁਨੀਆ ਦੇ ਵਿੱਚੋਂ ਹਮੇਸ਼ਾ ਲਈ ਚਲੇ ਗਏ ਤੇ ਮਜਬੂਰਨ ਇਹਨਾਂ ਬਜ਼ੁਰਗਾਂ ਨੂੰ ਇਸ ਆਸ਼ਰਮ ਦੇ ਵਿੱਚ ਜਿਹੜਾ ਸਹਾਰਾ ਲੈਣਾ ਪਿਆ। ਸੋ ਇਹਨਾਂ ਸਾਰਿਆਂ ਦੀ ਦੇਖ ਰੇਖ ਬਹੁਤ ਲੰਬੇ ਸਮੇਂ ਤੋਂ ਬਾਈ ਲਖਵਿੰਦਰ ਸਰੀਨ ਕਰ ਰਹੇ ਨੇ। ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਕਰੂੰਗੀ ਔਰ ਨਾਲ ਦੀ ਨਾਲ ਸਾਰੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹੁਣੇ ਤੁਸੀਂ ਦੇਖਿਆ ਕਿ ਬਹੁਤ ਸੋਹਣੇ ਤਰੀਕੇ ਦੇ ਨਾਲ ਨੱਚੇ ਗਾਏ ਔਰ ਖੁਸ਼ੀ ਜਿਹੜੀ ਹੈ ਸੈਲੀਬ੍ਰੇਟ ਕੀਤੀ। ਇੱਥੇ ਤਕਰੀਬਨ 20 ਤੋਂ 25 ਦੇ ਕਰੀਬ ਜਿਹੜੇ ਬਜ਼ੁਰਗ ਬਾਪੂ ਵੀ ਹੈਗੇ ਔਰ ਸਾਡੀਆਂ ਮਾਵਾਂ ਵੀ ਇੱਥੇ ਮੌਜੂਦ ਨੇ। ਲਖਵਿੰਦਰ ਸਰੀਨ ਬਾਈ ਦੇ ਨਾਲ ਗੱਲ ਕਰਦੀ ਇੱਕ ਵਾਰੀ ਮੈਂ ਚਾਹੁੰਦੀ ਹਾਂ ਕਿ ਇੱਕ ਵਾਰੀ ਦਿਖਾ ਦਿਓ ਕਿ ਸਾਰੇ ਜਿਹੜੇ ਆ ਬਜ਼ੁਰਗ ਬੈਠੇ ਆ ਔਰ ਸਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਔਰ ਲੋਹੜੀ ਜਿਹੜੀ ਆ ਸੈਲੀਬ੍ਰੇਟ ਕੀਤੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਤੁਹਾਡੇ? ਬਹੁਤ ਵਧੀਆ ਜੀ। ਅੱਜ ਲੋਹੜੀ ਦਾ ਤਿਉਹਾਰ ਮਨਾ ਰਹੇ ਹੋ ਔਰ ਮੈਂ ਇਹ ਜ਼ਰੂਰ ਜਾਣਨਾ ਚਾਹੁੰਦੀ, ਮੈਂ ਸਾਰਿਆਂ ਦੇ ਕੋਲ ਹੀ ਚਾਹੂੰਗੀ ਕਿ ਤੁਸੀਂ ਸਾਨੂੰ ਲੈ ਕੇ ਜਾਓ। ਇਹ ਬਾਪੂ ਜੀ ਜਿਹੜੇ ਆ ਇਹ ਬਹੁਤ ਇਹਨਾਂ ਦਾ ਨਾਮ ਦਰਸ਼ਨ ਸਿੰਘ ਹੈ ਜੀ। ਮੈਂ ਪਹਿਲਾਂ ਤਾਂ ਔਨ 에ਅਰ ਚੈਨਲ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਨੀਸ਼ੀਏਟਿਵ ਲਿੱਤਾ ਔਰ ਸਾਡੇ ਇੱਥੇ ਬਿਰਧ ਆਸ਼ਰਮ ਚ ਆਏ। ਸੋ ਅੱਜ ਲੋਹੜੀ ਦਾ ਪਵਿੱਤਰ ਤਿਉਹਾਰ ਵੀ ਹੈ। ਮੈਂ ਸਭ ਨੂੰ ਲੋਹੜੀ ਦੀ ਵਧਾਈਆਂ ਦਿੰਦਾ, ਤੁਹਾਡੇ ਆਡੀਅנס ਨੂੰ। ਔਰ ਜਿੱਦਾਂ ਤੁਸੀਂ ਇਹਨਾਂ ਦਾ ਪੁੱਛ ਰਹੇ, ਦਰਸ਼ਨ ਸਿੰਘ ਜੀ ਨੇ ਸਾਡੇ। ਸੋ ਤੁਸੀਂ ਜਸਟ ਉਹਨਾਂ ਦਾ ਅਜੇ ਪੁੱਛਿਆ, ਉਹ ਇਮੋਸ਼ਨਲ ਹੋ ਗਏ ਥੋੜਾ। ਉਹ ਐਕਚੁਅਲੀ ਇਹ ਸਿੰਗਲ ਸੀਗੇ ਦਰਸ਼ਨ ਜੀ। ਸੋ ਕਿਸੇ ਟਾਈਮ ਜਦੋਂ ਇਹ ਆਪਣੀ ਜਵਾਨੀ 'ਚ ਸੀਗੇ ਉਦੋਂ ਇਹ ਨਿਹੰਗ ਦੇ ਤੌਰ ਦੇ ਉੱਤੇ ਮਤਲਬ ਵਿਚਰਨ ਕਰਦੇ ਸੀ। ਸੋ ਉਸ ਦੌਰਾਨ ਹੀ ਇਹਨਾਂ ਦੇ ਕੁਝ ਚੋਟ ਲੱਗੀ, ਤਾਂ ਐਸੀ ਚੋਟ ਲੱਗੀ ਇਹਨਾਂ ਦਾ ਪੂਰਾ ਸਿਰ ਜਿਹੜਾ ਹੈ ਨਾ ਇਸ ਟਾਈਮ ਥੋੜਾ ਤੁਸੀਂ ਦੇਖੋਗੇ ਤਾਂ ਥੋੜਾ ਸਾਈਡ ਤੋਂ ਕੱਟਿਆ ਹੋਇਆ। ਸੋ ਉਸ ਤੋਂ ਬਾਅਦ ਫਿਰ ਇਹ ਬਿਲਕੁਲ ਹੀ ਬੈੱਡ ਦੇ ਉੱਤੇ ਹੋ ਗਏ ਕਿਉਂਕਿ ਇਹਨਾਂ ਦੇ ਹੱਥ ਪੈਰ ਚੱਲਣੇ ਬਿਲਕੁਲ ਹੀ ਬੰਦ ਹੋ ਗਏ ਸੀ। ਸੋ ਵਿਆਹ ਕਰਵਾਇਆ ਨਹੀਂ ਸੀਗਾ ਤਾਂ ਤੁਹਾਨੂੰ ਪਤਾ ਥੋੜਾ ਫੈਮਿਲੀ ਦੇ ਵਿੱਚ ਜਿਹੜੇ ਹੋਰ ਵੀ ਕੋਈ ਭੈਣ ਭਰਾ ਹੁੰਦੇ ਨੇ ਉਹ ਕਈ ਵਾਰ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਹੋ ਜਾਂਦੀਆਂ ਨੇ, ਉਹ ਨਹੀਂ ਮਤਲਬ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਹੁੰਦੇ ਨੇ ਉਹਨਾਂ ਨੂੰ ਸੰਭਾਲ ਪਾਉਣ ਦੇ ਯੋਗ ਹੁੰਦੇ। ਸੋ ਉਸ ਤੋਂ ਬਾਅਦ ਇਹ ਫਿਰ ਸਾਡੇ ਕੋਲ ਆ ਗਏ। ਹੁਣ 3-4 ਸਾਲ ਹੋ ਗਏ ਇਹਨਾਂ ਨੂੰ ਸਾਡੇ ਕੋਲ ਹੀ ਰਹਿ ਰਹੇ ਨੇ ਜੀ। ਇੱਥੇ ਥੋੜਾ ਬੋਲ ਘੱਟ ਪਾਉਂਦੇ ਨੇ, ਇਹਨਾਂ ਦੀ ਜਿਹੜਾ ਕੇਅਰ ਟੇਕਰ ਨੇ ਉਹ ਇਹਨਾਂ ਦੀ ਗੱਲ ਸਮਝਦੇ ਨੇ। ਵੈਸੇ ਅਸੀਂ ਵੀ ਸਾਰੀ ਗੱਲ ਇਹਨਾਂ ਦੀ ਸਮਝਦੇ ਹਾਂ, ਬਟ ਜਿਹੜਾ ਨਾਰਮਲ ਬੰਦਾ ਫਸਟ ਟਾਈਮ ਇਹਨਾਂ ਨੂੰ ਮਿਲਦਾ ਉਹ ਇਹਨਾਂ ਦੀ ਗੱਲ ਨੂੰ ਅੰਡਰਸਟੈਂਡ ਨਹੀਂ ਕਰ ਪਾਉਂਦਾ ਕਿਉਂਕਿ ਇਹਨਾਂ ਦੇ ਸਿਰ ਦੇ ਵਿੱਚ ਚੋਟ ਲੱਗੀ ਸੀ ਕਾਫੀ। ਬਾਪੂ ਜੀ ਲਖਵਿੰਦਰ ਵੀਰ ਜੀ ਬਹੁਤ ਸੋਹਣੇ ਤਰੀਕੇ ਨਾਲ ਸਾਂਭਦੇ ਆ ਤੁਹਾਨੂੰ, ਹੈ? ਖੁਸ਼ ਹੋ ਤੁਸੀਂ ਇੱਥੇ? ਤੁਹਾਡਾ ਹੁਣ ਕਿਉਂ ਮਨ ਭਰਿਆ ਆ? ਤੁਸੀਂ ਇਹਨਾਂ ਦੀ ਗੱਲ ਛੇੜ ਲਈ ਨਾ ਤਾਂ ਥੋੜਾ ਉਹਨਾਂ ਨੂੰ ਇਮੋਸ਼ਨਲ ਹੋ ਗਏ ਉਹ। ਵੀਰੇ ਕਿੰਨਾ ਜ਼ਰੂਰੀ ਹੈ ਕਿ ਸਾਡੇ ਲੋਕ ਖੁਸ਼ੀਆਂ ਮਨਾਉਂਦੇ ਔਰ ਬਹੁਤ ਵਾਰੀ ਅਸੀਂ ਆਪਣੇ ਜ਼ਰੂਰੀ ਫਰਜ਼ਾਂ ਤੋਂ ਵੀ ਮੁਨਕਰ ਹੋ ਕੇ ਪਾਸੇ ਹੋ ਜਾਂਦੇ ਆ। ਕਿੰਨਾ ਜ਼ਰੂਰੀ ਹੈ ਨਾ ਲੋਕਾਂ ਦੇ ਨਾਲ, ਖਾਸ ਦਿਨ ਤਿਉਹਾਰਾਂ ਤੇ ਨਹੀਂ, ਹਮੇਸ਼ਾ ਅੱਗੋਂ ਪਿੱਛੋਂ ਵੀ ਲੋਕ ਆ ਕੇ ਇਹਨਾਂ ਦੇ ਨਾਲ ਗੱਲਬਾਤ ਕਰਨੀ, ਇਹ ਕਿੰਨੀ ਕੁ ਜ਼ਰੂਰਤ ਲੱਗਦੀ ਹੈ ਤੁਹਾਨੂੰ? ਬਹੁਤ ਜ਼ਰੂਰਤ ਹੈ ਜੀ, ਕਿਉਂਕਿ ਇਹਨਾਂ ਦੀਆਂ ਸਾਡੇ ਬਜ਼ੁਰਗਾਂ ਦੀਆਂ ਖੁਸ਼ੀਆਂ ਹੀ ਸੁਸਾਇਟੀ ਦੀ ਖੁਸ਼ੀਆਂ ਨਾਲ ਜੁੜੀਆਂ ਹੋਈਆਂ ਨੇ। ਕਿਉਂਕਿ ਕੋਈ ਵੀ ਬਜ਼ੁਰਗ ਬਿਰਧ ਆਸ਼ਰਮ 'ਚ ਉਦੋਂ ਹੀ ਆਉਂਦਾ ਜਦੋਂ ਆਪਣਾ ਸਭ ਕੁਝ ਗਵਾ ਦਿੰਦਾ ਹੈ, ਜਦੋਂ ਉਹਦੀਆਂ ਆਪਣੀਆਂ ਸਾਰੀਆਂ ਖੁਸ਼ੀਆਂ ਖਤਮ ਹੋ ਜਾਂਦੀਆਂ ਨੇ ਫੈਮਿਲੀ ਦੇ ਤੌਰ ਦੇ ਉੱਤੇ, ਆਪਣਿਆਂ ਦੇ ਤੌਰ ਦੇ ਉੱਤੇ, ਫਿਰ ਉਹਦਾ ਬਿਰਧ ਆਸ਼ਰਮ ਦੇ ਵਿੱਚ ਆਉਣਾ ਹੁੰਦਾ। ਸੋ ਸਾਡੇ ਇੱਥੇ ਵੀ ਜਿਹੜੇ ਬਜ਼ੁਰਗ ਨੇ ਇਹਨਾਂ ਦੇ ਨਾਲ ਵੀ ਲਾਈਫ ਦੇ ਵਿੱਚ ਇਦਾਂ ਦੇ ਹੀ ਇੰਸਟੈਂਸ ਹੋਏ ਕਿ ਇਹਨਾਂ ਨੂੰ ਬਿਰਧ ਆਸ਼ਰਮ ਦੇ ਵਿੱਚ ਆਸਰਾ ਲੈਣਾ ਪਿਆ
ਔਰ ਅਸੀਂ ਇਹਨੂੰ ਕੋਈ ਬਿਰਧ ਆਸ਼ਰਮ ਦੇ ਤੌਰ ਤੇ ਮਤਲਬ ਉਦਾਂ ਨਹੀਂ ਸਮਝਦੇ, ਇਹ ਸਾਡਾ ਪੂਰਾ ਪਰਿਵਾਰ ਹੀ ਹੈ। ਇਹ ਜਿੰਨੇ ਵੀ ਸਾਡੇ ਬਜ਼ੁਰਗ ਨੇ ਸਾਡੇ ਮੇਰੇ ਮਦਰ ਫਾਦਰ ਦੀ ਤਰ੍ਹਾਂ ਹੀ ਨੇ। ਸੋ ਇੱਕ ਘਰ ਦੀ ਤਰ੍ਹਾਂ ਹੀ ਅਸੀਂ ਸਾਰੇ ਇੱਥੇ ਰਹਿੰਦੇ ਹਾਂ। ਇਹਨਾਂ ਦੀ ਜੋ ਵੀ ਕੋਈ ਦੁੱਖ ਤਕਲੀਫ ਹੁੰਦੀ ਹੈ ਇਹ ਸਾਡੇ ਨਾਲ ਡਿਸਕਸ ਕਰਦੇ ਨੇ। ਸਾਡੀ ਆਪਣੀ ਇੱਕ ਪੂਰੀ ਟੀਮ ਹੈਗੀ, ਅਸੀਂ ਸਾਰਾ ਮਿਲ ਜੁਲ ਕੇ ਇਹਨਾਂ ਦੇ ਲਈ। ਤੁਸੀਂ ਮੇਰੇ ਨਾਲ ਬਣੇ ਰਹੋ, ਪਰ ਮੈਂ ਮਾਮਾ ਨਾਲ ਵੀ। ਸਤਿ ਸ਼੍ਰੀ ਅਕਾਲ ਮਾਂ, ਕੀ ਨਾਂ ਤੁਹਾਡਾ? ਮੇਰਾ ਨਾਮ ਰਕਸ਼ਾ ਰਾਣੀ ਹੈ ਜੀ। ਇੱਥੇ ਕਦੋਂ ਤੋਂ ਹੋ ਤੁਸੀਂ? ਇੱਥੇ ਮੈਂ 2018 ਤੋਂ ਹੈ ਜੀ। ਕਿਹੜੇ ਹਾਲਾਤਾਂ ਚ ਆਉਣਾ ਪਿਆ ਇੱਥੇ? ਘਰੇ ਕੀ ਹਾਲਾਤ ਬਣ ਗਏ? ਕਰੇ ਬਸ ਹਾਲਾਤ ਬੇਟੇ ਦੀ ਡੈਥ ਹੋ ਗਈ ਸੀ, ਬਸ ਇਸ ਕਰਕੇ ਫਿਰ ਮੈਨੂੰ ਇੱਥੇ ਆਉਣਾ ਪਿਆ। ਉਹ ਬੇਟਾ ਸੀ ਤੁਹਾਡੇ? ਇੱਕੋ ਬੇਟਾ ਸੀ, ਬੇਟੀ ਕੋਲ ਗਈ ਸੀ 3 ਸਾਲ ਲਾਏ। ਫਿਰ ਬਸ ਥੋੜਾ ਜਿਹਾ ਆਪਣੇ ਆਪ ਨੂੰ ਦਿਮਾਗ ਤੇ ਥੋੜਾ ਜਿਹਾ ਵੀ ਬੇਟੇ ਦੇ ਕਿੰਨਾ ਕੁ ਬੋਝ ਬਣਾਂਗੀ। ਫਿਰ ਬਸ ਮੈਂ ਇੱਥੋਂ ਦਾ ਹੀ ਆਪਣਾ ਸਰ ਜੀ ਮੈਨੂੰ ਲਿਆਏ ਫਿਰ, ਤੇ ਬਸ ਮੈਂ ਬਹੁਤ ਵਧੀਆ ਮੈਂ ਇੱਥੇ ਮਨ ਲੱਗ ਜਾਂਦਾ ਕੱਲਿਆਂ ਦਾ, ਆਏ ਜੇ ਮਹਿਸੂਸ ਜਾਂ ਨਹੀਂ ਹੁੰਦਾਗਾ ਵੀ? ਉਸ ਟਾਈਮ ਵੀ ਇਕੱਲੀ ਸੀ ਇੱਥੇ। ਜਿਸ ਟਾਈਮ ਆਈ ਸੀ ਮੈਂ, ਲੇਡੀਜ਼ ਕੋਈ ਨਹੀਂ ਸੀ, ਲੇਡੀਜ਼ ਮੈਂ ਇਕੱਲੀ ਸੀਗੀ। ਆਏ ਦਿਨ ਤਿਉਹਾਰਾਂ ਤੇ ਮਾਂ ਚੇਤੇ ਤਾਂ ਆਉਂਦਾ ਹੋਊਗਾ ਪਹਿਲਾਂ ਜਦੋਂ ਪੁੱਤ ਹੁੰਦਾ ਸੀ, ਪਤੀ ਬਸ ਹੈਗੇ ਨੇ ਸਾਡੇ ਸਰ ਜੀ, ਸਾਨੂੰ ਸਾਰਾ ਦਿਨ ਤਿਉਹਾਰ ਸਾਡਾ ਮਨਾਉਂਦੇ ਨੇ ਇਹ। ਹਾਂਜੀ ਹਾਂਜੀ, ਸਾਨੂੰ ਸਾਰਾ ਦਿਨ ਤਿਉਹਾਰ ਕੋਈ ਐਸਾ ਜਾਣ ਨਹੀਂ ਦਿੰਦੇ ਹੈਗੇ ਵੀ ਸਾਡੇ ਨਾਲ ਨਾ ਮਨਾਉਣ। ਜਨਮ ਦਿਨ ਹੋਵੇ, ਵਿਆਹ ਸ਼ਾਦੀ ਸਾਲਗਿਰਾ ਹੋਵੇ, ਸਾਰੇ ਸਾਡੇ ਨਾਲ ਸੈਲੀਬ੍ਰੇਟ ਕਰਦੇ ਨੇ। ਬਹੁਤ ਖੁਸ਼ੀ ਮਿਲਦੀ ਹੈ ਸਾਨੂੰ। ਵੀਰੇ ਇੱਕ ਕਹ ਲੋ ਕਿਤੇ ਨਾ ਕਿਤੇ ਮਨ ਕਰੜਾ ਕਰਨ ਵਾਲੀ ਗੱਲ ਹੋ ਜਾਂਦੀ ਹੈ ਹਨਾ, ਵੀ ਆਪਦੇ ਪਰਿਵਾਰ ਨੂੰ ਇੱਕ ਵਾਰੀ ਕਹ ਲੋ ਕਿ ਮਨ ਤੇ ਪੱਥਰ ਰੱਖ ਕੇ ਵਾਲੀ ਗੱਲ ਹੀ ਆ ਕਿ ਹੁਣ ਖੁਸ਼ ਆਓ ਤੁਹਾਡੇ ਨਾਲ। ਨੈਚੁਰਲੀ ਪਤਾ ਕੀ ਹੈ, ਜਦੋਂ ਉਹਨਾਂ ਨੂੰ ਕੁਝ ਹੁਣ ਨਜ਼ਰ ਵੀ ਨਹੀਂ ਆ ਰਿਹਾ ਇਨਸਾਨ ਦੇ ਅੱਗੇ ਤੌਰ ਦੇ ਉੱਤੇ, ਬਜ਼ੁਰਗ ਹੋ ਗਏ ਇਸ ਟਾਈਮ, ਇਹ ਖੁਦ ਕੁਝ ਕਰਕੇ ਆਪਣਾ ਬ੍ਰੈਡ ਐਂਡ ਬਟਰ ਨਹੀਂ ਮੈਨੇਜ ਕਰ ਸਕਦੇ, ਆਪਣੀ ਜਿਹੜੀ ਰੋਜ਼ੀ ਰੋਟੀ ਉਹਨੂੰ ਕਿੱਦਾਂ ਮੈਨੇਜ ਕਰਨਗੇ। ਸੋ ਮਤਲਬ ਇਹੀ ਹੈ ਸਿਚੁਏਸ਼ਨ ਜਦੋਂ ਇਦਾਂ ਦੀ ਬਣ ਜਾਂਦੀ ਹੈ। ਰਕਸ਼ਾ ਆਂਟੀ ਨੇ ਜਿੱਦਾਂ ਦੱਸਿਆ, ਮੈਂ ਇਹਨਾਂ ਦੇ ਬਾਰੇ ਦੱਸਣਾ ਚਾਹਾਂਗਾ। ਇਹਨਾਂ ਦੇ ਹਸਬੈਂਡ ਦੀ ਕਾਫੀ ਦੇਰ ਪਹਿਲਾਂ ਡੈਥ ਹੋ ਗਈ ਸੀ। ਸੋ ਆਫਟਰ ਇਹਨਾਂ ਦੇ ਹਸਬੈਂਡ ਦੀ ਡੈਥ ਹੋਣ ਤੋਂ ਬਾਅਦ ਇਹਨਾਂ ਦੇ ਕੋਲ ਇੱਕੋ ਹੀ ਜਿਹੜੀ ਇੱਕ ਉਮੀਦ ਸੀ, ਉਹ ਇਹਨਾਂ ਦਾ ਬੇਟਾ ਸੀ। ਵੀ ਹਰ ਕਿਸੇ ਦੇ ਨਾਲ ਇਦਾਂ ਹੁੰਦਾ, ਆਪਾਂ ਆਮ ਰੂਟੀਨ 'ਚ ਫੈਮਿਲੀਜ਼ 'ਚ ਦੇਖਦੇ ਹਾਂ। ਸੋ ਪਤਾ ਨਹੀਂ ਭਗਵਾਨ ਨੂੰ ਕੀ ਮਨਜ਼ੂਰ ਸੀ, ਫਿਰ ਇਹਨਾਂ ਦੇ ਬੇਟੇ ਨੂੰ ਮੂੰਹ ਦਾ ਕੈਂਸਰ ਹੋ ਗਿਆ ਸੀ। ਤੋ ਉਸ ਤੋਂ ਬਾਅਦ ਇਹਨਾਂ ਦਾ ਜੋ ਘਰ-ਬਾਰ ਸੀਗਾ ਉਹ ਸਾਰਾ ਇਹਨਾਂ ਨੇ ਉਹਦੀ ਦਵਾਈ ਬੂਟੀ ਦੇ ਉੱਤੇ ਲਗਾ ਦਿੱਤਾ। ਮਤਲਬ ਤੁਹਾਨੂੰ ਪਤਾ ਆਪਣੇ ਉਰੇ ਇਦਾਂ ਦਾ ਸਿਸਟਮ ਨਹੀਂ ਹੈ ਕਿ ਅਗਰ ਕਿਸੇ ਦੇ ਉੱਤੇ ਐਡੀ ਵੱਡੀ ਵਿਪਤਾ ਪੈ ਜੇ ਤਾਂ ਉਹ ਉਹਨੂੰ ਕਿਵੇਂ ਮਤਲਬ ਮੈਨੇਜ ਕਰ ਪਾਏਗਾ। ਸੋ ਫਿਰ ਆਂਟੀ ਡਿਸਟਰਬ ਹੋ ਗਏ। ਜਦੋਂ ਬੇਟੇ ਦੀ ਵੀ ਡੈਥ ਹੋ ਗਈ ਤਾਂ ਤੁਹਾਨੂੰ ਪਤਾ ਹੈ ਫਿਰ ਪ੍ਰੋਬਲਮ ਹੋ ਗਈ, ਪਰੇਸ਼ਾਨ ਤਾਂ ਹੁੰਦਾ ਹੀ ਹੈ ਜੀ। ਸੋ ਹੁਣੇ ਸਾਡੇ ਅਸੀਂ ਘਰ ਦੀ ਤਰ੍ਹਾਂ ਹੀ ਆ ਸਾਰੇ, ਕੋਈ ਐਸਾ ਉਹ ਨਹੀਂ ਹੈ। ਮਤਲਬ ਜੋ ਇੱਕ ਪੁਰਾਣਾ ਮਤਲਬ ਪਾਸਟ ਸੀਗਾ, ਦੁਖਦਾਈ ਸੀਗਾ, ਬਟ ਠੀਕ ਹੈ, ਬਦਲਿਆ ਨਹੀਂ ਜਾ ਸਕਦਾ। ਹਾਂਜੀ ਹਾਂਜੀ, ਭਵਿੱਖ ਚੰਗਾ ਕੀਤਾ ਜਾ ਸਕਦਾ। ਸੋ ਮੈਂ ਹੋਰ ਇੱਕ ਮਾਂ ਨਾਲ ਵੀ ਗੱਲ ਕਰਦੀ ਹਾਂ। ਸਤਿ ਸ਼੍ਰੀ ਅਕਾਲ ਮਾਂ। ਇਹ ਬੋਲ ਨਹੀਂ ਪਾਣਗੇ ਜੀ, ਅੰਡਰਸਟੈਂਡ ਨਹੀਂ ਕਰਦੇ। ਅੱਛਾ, ਇਹ ਬਿਲਕੁਲ ਵੀ ਨਹੀਂ ਬੋਲ। 88 ਇਅਰਸ ਦੇ ਨੇ। ਅੱਛਾ, ਇਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ, ਵੀਰੇ ਸੁਣਦਾ ਨਹੀਂ। ਕਿਹੜੇ ਹਾਲਾਤਾਂ 'ਚ ਆਪਣੇ ਕੋਲੇ ਇਹਨਾਂ ਦਾ ਪਰਿਵਾਰ? ਇਹ ਮੁਕਤਸਰ ਸਾਹਿਬ ਤੋਂ ਅਸੀਂ ਲੈ ਕੇ ਆਏ ਸੀ ਇਹਨਾਂ ਨੂੰ। ਹਾਂਜੀ, ਇਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ ਸੀ, ਇਹਨਾਂ ਦੇ ਕੋਈ ਬੱਚਾ ਨਹੀਂ ਹੋਇਆ ਸੀਗਾ। ਤਾਂ ਫਿਰ ਜਿਹੜੀ ਫੈਮਿਲੀ ਦੇ ਵਿੱਚ ਇਹ ਰਹਿੰਦੇ ਸੀਗੇ, ਮਾਤਾ ਸੁਖਚੈਨ ਕੌਰ ਨਾਮ ਹੈ ਇਹਨਾਂ ਦਾ, ਤਾਂ ਉਸ ਫੈਮਿਲੀ ਦੇ ਵਿੱਚ ਵੀ ਉਹਨਾਂ ਦਾ ਆਪਣਾ ਵੀ ਇੱਕ ਬੇਟਾ ਮੈਂਟਲੀ ਚੈਲੰਜ ਸੀਗਾ। ਤਾਂ ਉਹਨਾਂ ਦੇ ਲਈ ਇਸ਼ੂ ਇਹ ਆ ਰਿਹਾ ਸੀਗਾ ਕਿ ਵੀ ਜਿਹੜੀ ਇਹ ਵਾਲੇ ਮਾਤਾ ਨੂੰ ਸੰਭਾਲਣ ਜਾਂ ਉਹਨਾਂ ਦਾ ਮੈਂਟਲੀ ਚੈਲੰਜ ਜਿਹੜਾ ਬੱਚਾ ਉਹਨੂੰ ਸੰਭਾਲਣ। ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਸਾਡੇ ਪਟਿਆਲੇ ਤੋਂ ਮੇਰੇ ਬਹੁਤ ਅੱਛੇ ਦੋਸਤ ਹੈ ਡੀਐਸਪੀ ਹਿਮੰਤ ਸ਼ਰਮਾ, ਉਹਨਾਂ ਦੀ ਪੋਸਟਿੰਗ ਉੱਥੇ ਸੀਗੀ। ਉਹਨਾਂ ਨੇ ਫਿਰ ਮੈਨੂੰ ਇਹਨਾਂ ਦਾ ਰੈਫਰ ਕੀਤਾ, ਤਾਂ ਫਿਰ ਅਸੀਂ ਇਹਨਾਂ ਨੂੰ ਉਰੇ ਜਿਹੜਾ ਹੈਗਾ 올ਡ ਏਜ ਹੋਮ 'ਚ ਲੈ ਕੇ ਆਏ। ਸਤਿ ਸ਼੍ਰੀ ਅਕਾਲ ਮਾਂ, ਕੀ ਹਾਲ ਚਾਲ ਤੁਹਾਡਾ? ਹਾਂ ਠੀਕ ਹੈ। ਤੁਹਾਨੂੰ ਲੋਹੜੀ ਦੀਆਂ ਹਾਂ ਮੁਬਾਰਕਾਂ। ਲੋੜੀ ਨੂੰ ਹਾਂ ਇੱਥੇ ਕਿਵੇਂ ਹੋ ਮਾਂ? ਤੁਸੀਂ ਕਦੋਂ ਤੋਂ? ਇਹ ਸਰ ਨੂੰ ਪਤਾ, ਮੈਨੂੰ ਤਾਂ ਪਤਾ ਤੁਹਾਡਾ ਪਿੰਡ ਕਿੱਥੇ ਆ? ਘਰੇ ਕੌਣ ਕੌਣ ਸੀ ਤੁਹਾਡੇ? ਚੰਡੀਗੜ੍ਹ ਹੈ, ਤਾਂ ਚੰਡੀਗੜ੍ਹ ਹੈ। ਅੱਛਾ, ਚੰਡੀਗੜ੍ਹ ਦੇ। ਹਾਂ 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 ਚੰਡੀਗੜ੍ਹ। ਤੇ ਬਾਕੀ ਪਰਿਵਾਰ ਕਿੱਥੇ ਤੁਹਾਡਾ? ਉਹ ਦੂਰ ਜਾ ਰਹੇ ਆ, ਮੈਨੂੰ ਤਾਂ ਪਤਾ ਨਹੀਂ। ਮੈਂ ਉਹ ਹੋ ਰਹੀ ਸੀ ਰਹਿਤਾ। ਹਾਂ ਸਰ ਨੂੰ ਪਤਾ। ਨੂੰ ਥੋੜਾ ਪਤਾ ਹੋਏਗਾ ਇਹਨਾਂ ਦੇ। ਆਂਟੀ ਤੁਸੀਂ ਦੱਸ ਦਿਓ। ਬੇਟਾ ਕਹਿੰਦੇ ਮੇਰੇ ਦਿੱਲੀ ਰਹਿੰਦਾ ਹੈਗਾ ਇਹਨਾਂ ਦਾ ਬੇਟਾ ਬਹੂ, ਉਹ ਇਹਨਾਂ ਨੂੰ ਨਹੀਂ ਰੱਖਦੇ ਹੈਗੇ। ਫਿਰ ਇਹਨਾਂ ਨੂੰ ਆਪਣੀ ਬੇਟੀ ਲੈ ਗਈ ਇਹਨਾਂ ਦੀ ਆਪਣੇ ਕੋਲੇ। ਫਿਰ ਉੱਥੇ ਇਹਨਾਂ ਨੇ ਹੋ ਗਿਆ ਅਟੈਕ ਦੇ ਵਿੱਚ ਜਿਵੇਂ ਨਵੀਂ ਇਹਨਾਂ ਵੀ ਇਲਾਜ ਵਗੈਰਾ ਹੋਇਆ, ਸਾਰਾ ਹੋਇਆ। ਫਿਰ ਥੋੜਾ ਜਿਹਾ ਮੈਂਟਲੀ ਵੀ ਉਹ ਹੋ ਜਾਂਦੇ। ਫਿਰ ਬਸ ਇੱਥੇ ਛੱਡ ਕੇ 2 ਸਾਲ ਹੋ ਗਏ ਇਹਨਾਂ ਨੂੰ ਆਏ ਨੂੰ ਹੁਣ ਇੱਥੇ। ਨਾ ਇੰਨਾ ਜ਼ਿਆਦਾ ਨਹੀਂ ਹੈਗਾ, ਬਸ ਥੋੜਾ ਨਾ ਦਿਮਾਗ ਤੇ ਅਸਰ ਜ਼ਿਆਦਾ ਪੈਂਦਾ। ਯਾਦ ਵੀ ਆਉਂਦੀ ਆ? ਠੀਕ ਹੈ, ਚੱਲ ਠੀਕ ਹੈ, ਸਰ ਹੈਗਾ। ਨਹੀਂ, ਪਰ ਤੁਸੀਂ ਦੱਸਿਆ, ਤੁਸੀਂ ਇਦਾਂ ਕਿਉਂ ਕਰ ਰਹੇ ਹੋ? ਜੇ ਯਾਦ ਆਉਂਦੀ ਤੇ ਦੱਸੋ, ਤੁਹਾਨੂੰ ਯਾਦ ਵੀ ਆਉਂਦੀ ਆ? ਕੁਝ ਯਾਦ ਆ ਮਾਂ ਤੁਹਾਨੂੰ? ਠੀਕ ਹੈ, ਬਸ ਸਾਰੇ ਠੀਕ ਹੈ ਭਾਈ। ਬਸ ਸਬਰ ਹੀ ਕਰਨਾ ਹੁਣ। ਸਬਰ ਤੱਕ ਕੋਈ ਹੋ ਨਹੀਂ। ਹਾਂ, ਇਹ ਕਿੰਨੀ ਅਜੀਬ ਹਾਲਾਤ ਹੈ ਕਿ ਭੁੱਲੇ ਵੀ ਆ ਪਰ ਨਹੀਂ ਵੀ ਭੁੱਲੇ। ਜਿਹੜੀਆਂ ਮਾਵਾਂ ਨੇ ਆਪਦੀਆਂ ਕੁੱਖਾਂ ਦੇ ਵਿੱਚ ਰੱਖ ਕੇ ਜਦੋਂ ਜਨਮ ਦਿੱਤਾ ਹੋਵੇ ਤੇ ਉਹ ਭੁੱਲ ਕਿਵੇਂ ਸਕਦੇ? ਹੋ ਹੀ ਨਹੀਂ ਸਕਦਾ। ਸੋ ਇੱਕ ਹੋਰ ਮਾਂ। ਸਤਿ ਸ਼੍ਰੀ ਅਕਾਲ ਮਾਂ, ਲੋਹੜੀ ਦੀਆਂ ਮੁਬਾਰਕਾਂ ਤੁਹਾਨੂੰ। मुबारक आपको भी बेटा। कहाँ से हो आप? मैं पौड़ी गढ़वा से। अच्छा, कब से हो यहाँ पे? 2 साल हो गए। घर में कौन कौन है? कोई नहीं है,
एक बेटा था, वो भी पूरा हो गया। अच्छा, उसकी शादी की थी? नहीं, कुंवारा। तो आप यहाँ पे कैसे पहुंच गए फिर? बस घर में और नहीं है? नहीं, कोई नहीं। ਅੱਛਾ ਵੀਰੇ, ਐਕਚੁਅਲੀ ਇਹਨਾਂ ਦੇ ਹਸਬੰਡ ਪਹਿਲਾਂ ਹੀ ਹੈ ਨਹੀਂ ਸੀਗੇ, ਫਿਰ ਇਹਨਾਂ ਦਾ ਇੱਕ ਯੰਗ ਬੇਟਾ ਸੀਗਾ। ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਆਪਣੀ ਲਾਈਫ ਦੇ ਵਿੱਚ। ਫਿਰ ਇਹਨਾਂ ਦੇ ਸਰਵਾਈਕਲ ਦੇ ਵਿੱਚ ਟਿਊਮਰ ਵੀ ਹੋ ਗਿਆ ਸੀਗਾ, ਸੋ ਹੁਣ ਉਹ ਰਿਕਵਰ ਕਰ ਗਏ ਨੇ। ਸੋ ਨੀਰੂ ਆਂਟੀ ਖੰਨੇ ਤੋਂ ਨੇ ਬੇਸਿਕਲੀ, 40 ਸਾਲ ਤੋਂ ਖੰਨੇ ਤੋਂ ਨੇ, ਬਟ ਇਹ ਪੁਸ਼ਤੈਨੀ ਸ਼ੀ ਬਿਲੋਂਗਸ ਟੂ ਆਪਣਾ ਉੱਤਰਾਂਚਲ। ਤੇ ਉਸ ਤੋਂ ਬਾਅਦ ਫਿਰ ਇਹ ਉਰੇ ਅਸੀਂ ਇਹਨਾਂ ਨੂੰ ਲੈ ਆਏ ਸੀ ਉੱਥੇ ਦੇ ਕੁਝ ਲੋਕਾਂ ਦੇ ਮਤਲਬ ਰੈਫਰੈਂਸ ਦੇ ਨਾਲ। ਸੋ ਉਹ ਫਿਰ ਇਹਨਾਂ ਦਾ ਜਿਹੜਾ ਇੱਕ ਬੇਟਾ ਸੀਗਾ ਉਹਦੀ ਵੀ ਫਿਰ ਡੈਥ ਹੋ ਗਈ ਸੀਗੀ ਅਚਾਨਕ, 22-23 ਸਾਲ ਦਾ, 24 ਸਾਲ ਦਾ ਲੜਕਾ ਸੀਗਾ ਉਹ। ਸੋ ਉਸ ਤੋਂ ਬਾਅਦ ਇਹਨਾਂ ਕੋਲ ਕੁਝ ਰਿਹਾ ਨਹੀਂ ਫੈਮਿਲੀ ਦੇ ਵਿੱਚ। ਫਿਰ ਜਿਹੜੇ ਉੱਥੇ ਦੇ ਕੁਝ ਲੋਕ ਸੀਗੇ ਖੰਨੇ ਦੇ ਜਿਹੜੇ ਮੈਨੂੰ ਜਾਣਦੇ ਸੀਗੇ, ਉਹਨਾਂ ਨੇ ਮੇਰੇ ਨਾਲ ਕੰਟੈਕਟ ਕਰਕੇ ਇਹਨਾਂ ਨੂੰ ਅਸੀਂ ਉਰੇ ਲੈ। ਮਾਂ ਕੀ ਨਾਮ ਸੀ ਤੁਹਾਡੇ ਬੇਟੇ ਦਾ? रेवती नंदन मेंदोला। ਉਹਨੂੰ ਕੀ ਕੀ ਪਸੰਦ ਸੀ ਖਾਣ ਪੀਣ ਚ, ਯਾਦ ਆਉਂਦਾ ਉਹ? आंदा तो है, पर क्या करूं, अब सब कुछ भूल गए। अब हमारे बेटा सब कुछ सर जी है हमारे। बस। ਸੁਰਿੰਦਰ ਬਾਈ ਹੈ ਆਪਕੇ। हाँ जी। ਤਿਉਹਾਰਾਂ ਦੇ ਉੱਤੇ ਜਦੋਂ ਇਹੋ ਜਿਹੇ ਮੌਕੇ ਤੇ ਯਾਦ ਆਉਂਦੀ ਤੇ ਉਦੋਂ ਫਿਰ ਵੀਰੇ ਦੇ ਨਾਲ ਤੁਸੀਂ ਖੁਸ਼ੀ ਸੈਲੀਬ੍ਰੇਟ ਕਰਦੇ ਹੈ ਨਾ? सर जी के नाते सारे हिसाब के बच्चे हमारे बहुत सेवा करते हैं। हाँ। मैं तो गुस्सा भी हो जाती हूँ, पर फिर बहुत सेवा करते अच्छा, हैं। आप गुस्सा भी हो जाते हैं इन पे? बहुत गुस्सा। तो फिर कोई बात नहीं, गुस्सा हो जाते तो फिर क्या हुआ? आप घर पे भी तो होते थे ना बेटे वे, अब ये बेटा है तो फिर गुस्सा भी तो झेलेगा ना आपका, है ना? हाँ जी। ਸੋ ਵੀਰੇ ਕਿੰਨੀ ਵੱਡੀ ਤਰਾਸਦੀ ਆ ਹਨਾ ਵੀ ਇੱਕ ਸਬਰ ਤੋਂ ਬਿਨਾ ਬੰਦੇ ਕੋਲੇ ਬਚਦਾ ਕੁਝ ਨਹੀਂ ਆ। ਮਨ ਭਰ ਰਿਹਾ, ਅੱਛਾ ਯਾਦ ਉਹਨਾਂ ਨੂੰ ਵੀ ਸਾਰਾ ਕੁਝ ਆ, ਪਰ ਉਹ ਕਿਤੇ ਨਾ ਕਿਤੇ ਇੱਕ ਹੁੰਦਾ ਹੈ ਕਿ ਉਹ ਤੁਹਾਨੂੰ ਨਹੀਂ ਸ਼ਾਇਦ ਪਰੇਸ਼ਾਨ ਦੇਖਣਾ ਚਾਹੁੰਦੇ, ਕਿ ਹੁਣ ਉਹ ਤੁਹਾਡੇ ਤੱਕ ਦੀ ਪਰੇਸ਼ਾਨੀ ਹੈ। ਐਕਚੁਅਲੀ ਜਦੋਂ ਅਸੀਂ ਸਾਰੇ ਪਰਿਵਾਰ ਦੇ ਤੌਰ ਤੇ ਰਹਿੰਦੇ ਆ ਨਾ, ਤਾਂ ਬਜ਼ੁਰਗਾਂ ਨੂੰ ਵੀ ਪਤਾ ਹੁੰਦਾ ਵੀ ਇਹ ਕਿੱਦਾਂ ਇਸ ਚੀਜ਼ ਨੂੰ ਮੈਨੇਜ ਕਰ ਰਹੇ ਨੇ, ਔਰ ਕਈ ਸਾਰੀਆਂ ਚੀਜ਼ਾਂ ਬਜ਼ੁਰਗਾਂ ਨੂੰ ਸਮਝ ਆ ਰਹੀਆਂ ਹੁੰਦੀਆਂ ਨੇ। ਇਸ ਲਈ ਤਾਂ ਪੁੱਤ ਵੈਸੇ ਵੀ ਬਹੁਤੇ ਪਿਆਰੇ ਹੁੰਦੇ ਆ, ਤੇ ਹੁਣ ਤੁਸੀਂ ਫਿਰ ਪੁੱਤਾਂ ਤੇ ਉਹ ਸ਼ਾਇਦ ਕਿਤੇ ਨੈਚੁਰਲੀ ਥੋੜਾ ਉਹਨਾਂ ਨੂੰ ਵੀ ਲੱਗਦਾ ਕਿ ਵੀ ਮਤਲਬ ਇੱਕ ਪਰਿਵਾਰ ਹੈ ਨਾ ਜੀ, ਪਰਿਵਾਰ 'ਚ ਹਰ ਤਰ੍ਹਾਂ ਦੀ ਚੀਜ਼ ਹੁੰਦੀ ਹੈ, ਖੁਸ਼ੀ ਵੀ ਹੁੰਦੀ ਹੈ, ਗਮੀ ਵੀ ਹੁੰਦੀ ਹੈ। ਸੋ ਕੋਈ ਅਲੱਗ ਪਰਿਵਾਰ ਨਹੀਂ ਹੈ, ਵੀ ਉਹ ਉਦਾਂ ਹੀ ਪਰਿਵਾਰ ਹੈ ਜਿੱਦਾਂ ਆਮ ਪਰਿਵਾਰ ਹੁੰਦੇ ਨੇ। ਸਤਿ ਸ਼੍ਰੀ ਅਕਾਲ ਮਾਂ, ਲੋਹੜੀ ਦੀ ਮੁਬਾਰਕ। ਅੱਛਾ, ਇਹਨਾਂ ਨੂੰ ਸੁਣਦਾ ਨਹੀਂ ਹੈ, ਸੌਰੀ ਵੀਰੇ। ਫਿਰ ਇਹਨਾਂ ਦੀ ਕੀ ਸਿਚੁਏਸ਼ਨ ਆ, ਪਰਿਵਾਰ ਦੇ ਵਿੱਚ ਕੌਣ ਆ? ਐਕਚੁਅਲੀ ਜੀ ਇਹਨਾਂ ਦੇ 4 ਬੱਚੇ ਸੀਗੇ ਜੀ, ਜਿਨ੍ਹਾਂ ਜੋ ਸਾਨੂੰ ਪਤਾ ਲੱਗਿਆ, ਪਰ ਅਸੀਂ ਕਦੇ ਉਹਨਾਂ ਨੂੰ ਫੇਸ ਨਹੀਂ ਕੀਤਾ। 4 ਬੱਚੇ ਨੇ ਉਹਨਾਂ ਦੇ, ਉਹ ਦੱਸ ਰਹੇ ਨੇ ਇਸ਼ਾਰਾ ਕਰਕੇ ਕਿ 4 ਨੇ। 4 ਬੱਚੇ, ਜਿਨ੍ਹਾਂ ਚੋਂ 2 ਬੇਟੇ ਨੇ, 2 ਬੇਟੀਆਂ ਨੇ। 2 ਬੇਟੇ ਨੇ, 2 ਬੇਟੀਆਂ ਨੇ। ਬਟ ਇਹਨਾਂ ਨੂੰ ਜਦੋਂ ਇੱਥੇ ਦਾਖਲ ਕਰਵਾਇਆ ਗਿਆ ਸੀਗਾ ਤਾਂ ਇਹਨਾਂ ਦੇ ਕੋਈ ਦੂਰ ਦੇ ਰਿਲੇਟਿਵ ਸੀਗੇ, ਉਹ ਇਹਨਾਂ ਨੂੰ ਇੱਥੇ ਦਾਖਲ ਕਰਵਾ ਕੇ ਗਏ ਸੀ। ਤੇ ਮੈਂ ਤਾਂ ਅੱਜ ਤੱਕ ਇਹਨਾਂ ਦੇ ਕਦੇ ਬੱਚਿਆਂ ਦਾ ਨਾ ਤਾਂ ਮੈਨੂੰ ਪਤਾ ਉਹ ਕੌਣ ਨੇ, ਔਰ ਨਾ ਹੀ ਮੈਨੂੰ ਉਹਨਾਂ ਦਾ ਕੋਈ ਪਤਾ ਹੈ ਉਹ ਕਿੱਥੇ ਰਹਿੰਦੇ ਨੇ। ਪਰ ਵੀਰੇ ਕਿੱਡੀ ਹੈਰਾਨੀ ਦੀ ਗੱਲ ਨਹੀਂ ਆ ਕਿ 4 ਬੱਚੇ ਹੋਣ ਤੇ ਮਾਂ। ਬਿਲਕੁਲ ਜੀ, ਬਿਲਕੁਲ। ਕਦੇ ਵੀ ਕਿਸੇ ਨੇ ਨਹੀਂ ਪੁੱਛਿਆ ਇਹਨਾਂ ਨੂੰ ਕਿੰਨੇ ਸਾਲ ਹੋ ਗਏ ਉਰੇ ਰਹਿੰਦੇ ਹੋਏ। ਕਦੇ ਕੋਈ ਮਤਲਬ ਇਹਨਾਂ ਦੀ ਆਪਣੇ ਜਿਹੜੇ ਰਿਲੇਟਿਵ ਆਉਂਦੇ ਨੇ, ਜਿਹੜੇ ਇਹਨਾਂ ਨੂੰ ਛੱਡ ਕੇ ਗਏ ਸੀ, ਨੈਚੁਰਲੀ ਉਹ ਆਉਂਦੇ ਨੇ। ਤੇ ਬਟ ਮੈਨੂੰ ਇਹਨਾਂ ਦੀ ਫੈਮਿਲੀ ਦਾ ਨਹੀਂ ਪਤਾ, ਉਹਨਾਂ ਦੇ ਕੌਣ। ਇਸ਼ਾਰਾ ਨਹੀਂ ਕਰਨ ਦਾ। ਕਿੱਥੇ ਆ ਬੱਚੇ, ਕਿੱਥੇ ਆ? ਭੁੱਲ ਗਏ ਮੈਂ। ਤੁਹਾਡੇ ਬੱਚੇ ਕਿੱਥੇ ਆ? ਪਤਾ ਨਾਮ ਕੀ ਹੈ, ਭੁੱਲ ਗਈ ਮੈਂ। ਉਹ ਪਿੰਡ ਦੇ ਕੋਲ ਆ, ਲੁਧਿਆਣੇ ਕੋਲ ਨਹੀਂ, ਇੱਧਰ ਹੈ ਜਗਾਦਰੀ ਕੋਲ। ਹਾਂ, ਉਹ ਪੰਚਕੂਲਾ ਗਏ। ਮਾਂ ਤੁਹਾਡੇ ਬੱਚੇ ਕਦੇ ਮਿਲਣ ਨਹੀਂ ਆਏ ਤੁਹਾਨੂੰ ਯਾਦ ਨਹੀਂ ਹੁੰਦੀ ਉਹਨਾਂ ਨਹੀਂ ਹੁੰਦੇ, ਨਹੀਂ ਆਉਂਦੇ, ਮਿਲਣੇ ਨਹੀਂ ਆਉਂਦੇ। ਤੁਹਾਨੂੰ ਯਾਦ ਆਉਂਦੀ? ਤੁਹਾਨੂੰ ਯਾਦ ਆਉਂਦੀ ਆ? ਆਉਂਦੀ ਆ। ਤੁਹਾਡਾ ਕਦੇ ਦਿਲ ਨਹੀਂ ਕੀਤਾ ਆਪਾਂ ਫੋਨ ਕਰੀਏ ਉਹਨਾਂ ਨੂੰ? ਨਹੀਂ ਕਰਦਾ ਨਹੀਂ ਹੁਣ ਦਿਲ? ਮਾਵਾਂ ਨੂੰ ਤਾਂ ਬੱਚੇ ਭੁੱਲਦੇ ਨਹੀਂ, ਉਹ ਬਹੁਤ ਔਖਾ ਹੋ ਜਾਂਦਾ ਭੁੱਲਣਾ। ਬੋਲਦੇ ਹੀ ਨਾ, ਪੁੱਛਦੇ ਨੇ, ਸੁਣਦੇ ਨੇ, ਨਾ ਆਉਂਦੇ ਨੇ, ਨਾ ਬੋਲਦੇ ਨੇ ਮੇਰੇ ਵਾਸਤੇ, ਨਾ ਮੈਨੂੰ ਪੁੱਛਦੇ ਨੇ। ਤੁਹਾਡਾ ਜੀ ਲੱਗ ਜਾਂਦਾ ਉਹਨਾਂ ਬਿਨਾਂ? ਮੈਂ ਕੱਲੀ ਰਹੀ ਹਾਂ, ਮੈਂ ਅੱਛਾ, ਕੱਲੀ ਰਹੀ ਹਾਂ 15 ਸਾਲ। ਤੇ ਆਪਣੀ ਨੌਕਰੀ ਕਰਦੀ ਸੀਗੀ, ਤੇ ਸਾਰਾ ਕੰਮ ਕਰਕੇ ਬਸ ਬਿਮਾਰ ਹੋ ਗਈ ਜੀ। ਫਿਰ ਇਹਨਾਂ ਕੋਲ ਆ ਗਈ। ਵੀਰੇ ਦਾ ਪਰਿਵਾਰ ਜਿਹੜਾ ਬਹੁਤ ਵੱਡਾ। ਸਤਿ ਸ਼੍ਰੀ ਅਕਾਲ ਮਾਂ, ਲੋਹੜੀ ਦੀਆਂ ਮੁਬਾਰਕਾਂ। ਤੁਹਾਨੂੰ ਵੀ ਜੀ ਮੁਬਾਰਕਾਂ। ਇੱਥੇ ਕਦੋਂ ਤੋਂ ਆ ਤੁਸੀਂ? ਅਸੀਂ ਤਾਂ ਜੀ 8 ਨਵੰਬਰ ਨੂੰ ਆਏ ਸੀ ਦੀਵਾਲੀ ਵੇਲੇ। ਅੱਛਾ, ਹਾਂਜੀ। ਘਰੇ ਕੌਣ ਕੌਣ ਆ ਪਿੱਛੇ? ਘਰੇ ਜੀ ਮੁੰਡਾ ਹੈ, ਬਹੂ ਹੈ। ਇੱਥੇ ਕਦੋਂ ਰਹਿ ਰਹੇ ਹੋ ਫਿਰ? ਬਸ ਜੀ ਠੀਕ ਨਹੀਂ ਬੱਚੇ। ਹਾਂਜੀ। ਬਾਪੂ ਜੀ?
ਆ ਬਾਪੂ ਜੀ ਆ ਬੈਠੇ ਨੇ ਇੱਧਰ। ਹਾਂਜੀ ਨਾ ਜੀ ਆ ਬੈਠੇ ਨੇ। ਹਾਂਜੀ ਦੋਨੋਂ ਹੀ ਇੱਥੇ ਆ ਤੁਸੀਂ? ਕਿਉਂ? ਬਸ ਜੀ ਥੋੜੇ ਜਿਹੇ ਬੱਚੇ ਨਹੀਂ ਠੀਕ ਹੈਗੇ। ਬਾਪੂ ਜੀ ਵੀ ਇੱਥੇ ਆ। ਬਾਪੂ ਜੀ ਕੀ ਲੱਗਦਾ ਇਦਾਂ ਹਾਲਾਤ ਕਿਉਂ ਬਣ ਜਾਂਦੇ ਆ? ਜਿਹੜੇ ਬੱਚਿਆਂ ਨੂੰ ਅਸੀਂ ਆਪਦੇ ਮੂੰਹਾਂ ਚੋਂ ਵੀ ਬਜ਼ੁਰਗ ਰੋਟੀ ਕੱਢ ਕੱਢ ਕੇ ਪਾਲਦੇ ਆ, ਉਹ ਕਿਉਂ ਇਦਾਂ ਛੱਡ ਦਿੰਦੇ ਆ ਕਿ ਅੱਜ ਲੋਹੜੀ ਦੇ ਤਿਉਹਾਰ ਤੇ ਵੀ ਇਕੱਲੇ ਬੈਠੇ? ਕਦੋਂ ਦਾ ਦੀ ਗੱਲ ਹੈ ਬੇਟੇ? ਮਨ ਪਰੇਸ਼ਾਨ ਹੋ ਗਿਆ ਤੁਹਾਡਾ। ਕਦੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ? ਇੱਕ ਸਾਲ ਹੋ ਚੱਲਿਆ। ਹੁਣ ਤਾਂ ਆਉਂਦਾ ਆਉਂਦਾ ਕਹਿੰਦੇ ਨਹੀਂ ਵੀ ਪਾਪਾ ਵਾਪਸ ਆ ਜਾਓ? ਪੁੱਤੇ ਪੁੱਤੀਆਂ ਹੈਗੇ? ਸਭ ਕੁਝ ਹੈ। ਤੁਹਾਡੀ ਲੋੜ ਨਹੀਂ ਉਹਨਾਂ ਨੂੰ, ਬਸ ਕਿਸਮਤ ਦੀ ਗੱਲ ਹੁੰਦੀ ਹੈ ਜੀ। ਕਦੇ ਸੋਚਿਆ ਸੀ ਬਾਪੂ ਜੀ ਜਦੋਂ ਤੁਸੀਂ, ਤੁਹਾਡਾ ਬੇਬੇ ਨਾਲ ਵਿਆਹ ਹੋਇਆ ਹੋਊਗਾ, ਕਿੰਨੇ ਚਾਹ ਹੋਣ, ਕਦੇ ਸੋਚਿਆ ਸੀ ਵੀ ਜਦੋਂ ਬੱਚੇ ਹੋਣਗੇ, ਜਦੋਂ ਤੁਸੀਂ ਜ਼ਿੰਦਗੀ ਜਿਉਣੀ ਹੈ ਅਸਲ ਦੇ ਵਿੱਚ, ਤੇ ਉਦੋਂ ਤੁਸੀਂ ਇਦਾਂ ਬੈਠੇ ਹੋਵੋਗੇ ਤਿਉਹਾਰ ਵਾਲੇ ਦਿਨ ਵੀ ਇਕੱਲੇ? ਸਾਡੇ ਤਾਂ ਸਰ ਨੇ ਕੀਤਾ ਕਿ ਚਲੋ ਸਰ ਜੀ ਬਹੁਤ ਇੱਜ਼ਤ ਕਰ ਰਹੇ ਆ, ਬਹੁਤ ਇੱਜ਼ਤ ਕਰ ਰਹੇ ਆ। ਮੈਂ ਕਹਿੰਦਾ ਆਪਣੇ ਘਰ ਤੋਂ ਵੱਧ ਸਮਝ ਰਹੇ ਤੁਹਾਨੂੰ। ਵੀਰੇ ਇਹ ਕਿੰਨੀ ਪੇਨਫੁਲ ਜੀ ਚੀਜ਼ ਆ ਵੀ ਬੱਚੇ ਵੀ ਹੈਗੇ ਆ, ਪੋਤੇ ਪੋਤੀਆਂ, ਹਨਾ? ਇਹਨਾਂ ਨੇ ਮੈਨੂੰ ਲੱਗਦਾ ਜਦੋਂ ਕਦੇ ਟ੍ਰੈਂਡ ਬਣ ਚੁੱਕਿਆ ਜੀ, ਸੋਸਾਇਟੀ ਦਾ ਟ੍ਰੈਂਡ ਬਣ ਚੁੱਕਿਆ। ਬਜ਼ੁਰਗ ਜਿਹੜੇ ਨੇ ਅੱਜ ਦੀ ਸਿਚੁਏਸ਼ਨ ਦੇ ਵਿੱਚ ਮਤਲਬ ਮੋਸਟ ਅਨਵਾਂਟਿਡ ਨੇ ਜੀ ਫੈਮਿਲੀਜ਼ ਦੇ ਵਿੱਚ। ਮਤਲਬ ਜੋ ਅਸੀਂ ਦੇਖਦੇ ਹਾਂ ਸਪੈਸ਼ਲੀ ਪੰਜਾਬ ਦੇ ਵਿੱਚ, ਪਤਾ ਨਹੀਂ ਕਿੱਧਰ ਦੇ ਆਪਣੀ ਸੋਚ ਇਦਾਂ ਦੀ ਡਿਵੈਲਪ ਹੁੰਦੀ ਜਾ ਰਹੀ ਹੈ ਕਿ ਬਜ਼ੁਰਗਾਂ ਦੀ ਘਰਾਂ ਦੇ ਵਿੱਚ ਲੋੜ ਮਹਿਸੂਸ ਹੀ ਨਹੀਂ ਹੋ ਰਹੀ। ਅੱਜ ਵੀ ਲੋਹੜੀ ਦਾ ਤਿਉਹਾਰ ਆ, ਹਨਾ? ਫੈਸਟੀਵਲ ਆਪਾਂ ਸਾਰੇ ਘਰਾਂ ਦੇ ਵਿੱਚ ਇਕੱਠੇ ਹੁੰਨੇ ਆ। ਹੁਣ ਜਿੱਦਾਂ ਅੱਜ ਸਾਡੇ ਵੀ ਇੱਕ ਫੈਮਿਲੀ 'ਚ ਫੰਕਸ਼ਨ ਹੈ ਤੇ ਅਸੀਂ ਉੱਥੇ ਜਾ ਰਹੇ ਹਾਂ ਰਾਤ ਨੂੰ, ਮਤਲਬ ਜਾਣਾ ਹੈ। ਔਰ ਦੀਵਾਲੀ ਦੁਸ਼ਹਿਰੇ ਦੇ ਉੱਤੇ ਵੀ ਸਾਰੀ ਫੈਮਿਲੀਜ਼ ਇਕੱਠੀਆਂ ਹੋ ਜਾਂਦੀਆਂ ਨੇ। ਆਪਾਂ ਤਾਂ ਸੁਣਦੇ ਹੁੰਦੇ ਸੀ ਵੀ ਦੀਵਾਲੀ ਦੁਸ਼ਹਿਰੇ ਦੇ ਉੱਤੇ ਜਿਹੜੇ ਫੌਜੀ ਸਰਹੱਦਾਂ ਤੇ ਹੁੰਦੇ ਨੇ ਉਹ ਵੀ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਨੇ, ਬਟ ਇਹਨਾਂ ਨੂੰ ਮਿਲਣ ਦੇ ਲਈ ਕਦੇ ਵੀ ਕੋਈ ਮਤਲਬ ਇਹਨਾਂ ਦਾ ਪਰਿਵਾਰਿਕ ਨਹੀਂ ਆ ਪਾਉਂਦਾ ਮੈਂਬਰ। ਪਤਾ ਨਹੀਂ ਉਹਨਾਂ ਦੇ ਕਿਵੇਂ ਦੀ ਸੋਚ ਹੈ, ਕਿ ਉਹਨਾਂ ਦੇ ਮਤਲਬ ਜਦ ਕਿ ਸਾਨੂੰ ਇਹ ਹੁੰਦਾ ਕਿ ਪਰਿਵਾਰ 'ਚ ਬੱਚੇ ਨੂੰ ਤਾਂ ਦਾਦਾ ਦਾਦੀ ਦੋਨੋਂ ਪਰਸਨ ਚਾਹੀਦੇ ਹੁੰਦੇ ਆ। ਇੱਕ ਹੋਰ ਬਾਪੂ ਜੀ, ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ੍ਰੀ ਅਕਾਲ। ਲੋਹੜੀ ਦੀਆਂ ਮੁਬਾਰਕਾਂ ਤੁਹਾਨੂੰ। ਮੁਬਾਰਕਾਂ ਜੀ। ਠੀਕ ਠਾਕ ਹੋ ਤੁਸੀਂ? ਗੋਡੇ ਦੁਖਦੇ। ਗੋਡੇ ਦੁਖਦੇ ਆ। ਇੱਥੇ ਕਦੋਂ ਤੋਂ ਆ ਬਾਪੂ ਜੀ ਤੁਸੀਂ? 5 ਮਹੀਨੇ ਹੋ ਗਏ। ਪਰਿਵਾਰ ਕਿੱਥੇ ਹੈ ਤੁਹਾਡਾ? ਖੰਨੇ। ਖੰਨੇ ਕੌਣ ਕੌਣ ਘਰ 'ਚ? ਕਾਰਾਂ ਦੀ ਉਮਰ ਕੀ ਅੱਛਾ। ਹਾਂ ਕੱਲਾ ਹੀ ਆ। ਕੱਲੇ ਬੱਚਾ ਕੋਈ ਨਹੀਂ। ਇਹ ਵੀਰੇ ਹੁਣਾਂ ਕੋਲ ਇੱਧਰ ਕਿਵੇਂ ਆਏ ਤੁਸੀਂ? ਭਤੀਜੇ ਹੀ ਲੈ ਕੇ ਆਏ ਸੀ। ਅੱਛਾ, ਇਹ ਤੁਹਾਡਾ ਘਰ? ਖੰਨੇ ਹੀ ਹੈ। ਬੀਬੀ ਦੀ ਤਾਂ ਯਾਦ ਆਉਂਦੀ ਹੋਊਗੀ ਹੁਣ, ਜੀ ਉਹ ਨਾਲ ਹੁੰਦੀ ਫਿਰ ਘੱਟੋ ਘੱਟ ਦੋਨੇ ਘਰੇ ਹੁੰਦੇ ਤੁਸੀਂ। ਪਤਾ ਨਹੀਂ। ਵੀਰਾ ਬਹੁਤ ਸੋਹਣਾ ਖਿਆਲ ਰੱਖਦਾ ਤੁਹਾਡਾ, ਜੀ ਲੱਗਦਾ ਵੀਰੇ ਨੂੰ? ਬਹੁਤ ਜੇ ਗੁਰੂ ਜੀ। ਬਾਪੂ ਨਹੀਂ ਕੁਝ ਨਹੀਂ ਹੁੰਦਾ, ਆਪਣਾ ਘਰ ਹੈ ਨਾ, ਤੁਹਾਨੂੰ ਕੋਈ ਕਮੀ ਥੋੜੀ ਹੋ ਰਹੀ। ਸੋਚਣਾ ਨਹੀਂ, ਅਸੀਂ ਸਾਰੇ ਹੈਗੇ ਨਾ ਤੁਹਾਡੇ ਨਾਲ, ਫਿਰ ਕੁਝ ਨਹੀਂ ਸੋਚਣ ਦੀ ਲੋੜ ਹੈਗੀ, ਨਾਰਮਲ ਰਹੋ। ਠੀਕ ਹੈ ਵੀਰੇ, ਜਿਨ੍ਹਾਂ ਦੀ ਫੈਮਿਲੀ ਹੋਈ ਨਹੀਂ ਹੈ, ਪਰ ਸਮਾਜ ਨੂੰ ਜ਼ਿੰਮੇਵਾਰੀ ਨਹੀਂ ਇੱਕ ਤੈਅ ਹੁੰਦੀ ਸਮਾਜ ਦੀ ਕਿ ਜੇ ਸਾਡੇ ਆਸੇ-ਪਾਸੇ ਕੋਈ ਬਜ਼ੁਰਗ ਇਕੱਲਾ, ਅੱਛਾ ਜਿਨ੍ਹਾਂ ਦੇ ਘਰੇ ਫੈਮਿਲੀ ਆ, ਬੱਚੇ ਆ, ਉਹਨਾਂ ਨੂੰ ਨਹੀਂ ਚਾਹੀਦੇ, ਔਰ ਸਮਾਜ ਦੀ ਵੀ ਕੋਈ ਜ਼ਿੰਮੇਵਾਰੀ ਨਹੀਂ ਆ। ਵੈਸੇ ਨਾਰਮਲੀ ਤਾਂ ਨਾ ਜੀ ਆਪਣੇ ਫੈਮਲੀਜ਼ ਦੇ ਵਿੱਚ ਜਿੱਦਾਂ ਆਪਾਂ ਦੇਖਦੇ ਹਾਂ, ਆਪਾਂ ਆਸ ਪੜੋਸ 'ਚ ਰਹਿੰਦੇ ਹਾਂ, ਮਹੱਲਿਆਂ ਦੇ ਵਿੱਚ ਜਿੱਥੇ ਵੀ ਰਹਿੰਦੇ ਹਾਂ, ਜੇ ਆਪਣੇ ਮਹੱਲੇ ਦੇ ਵਿੱਚ ਕੋਈ ਬਜ਼ੁਰਗ ਰਹਿੰਦਾ ਹੋਵੇ ਨਾ, ਜੇ ਆਪਾਂ ਨੂੰ ਹਫਤਾ 10 ਦਿਨ ਨਾ ਨਜ਼ਰ ਆਵੇ, ਤਾਂ ਆਪਾਂ ਉਸ ਫੈਮਿਲੀ ਦੇ ਜਿਹੜੇ ਯੰਗ ਮੈਂਬਰ ਹੁੰਦੇ ਨੇ ਉਹਨਾਂ ਨੂੰ ਪੁੱਛਦੇ ਹਾਂ, ਯਾਰ ਬਾਪੂ ਜੀ ਨਜ਼ਰ ਨਹੀਂ ਆ ਰਹੇ ਕਿੰਨੇ ਦਿਨਾਂ ਤੋਂ, ਕਿੱਥੇ ਨੇ? ਜਾਂ ਮਾਤਾ ਜੀ ਬਾਹਰ ਬੈਠੇ ਹੁੰਦੇ ਸੀ, ਨਜ਼ਰ ਨਹੀਂ ਆ ਰਹੇ। ਸੋ ਇਹ ਵੀ ਉਹਨਾਂ ਮਹੱਲਿਆਂ 'ਚੋਂ, ਉਹਨਾਂ ਥੜਿਆਂ ਦੇ ਉੱਤੋਂ ਉੱਠ ਕੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਆਏ ਨੇ, ਬਟ ਸ਼ਾਇਦ ਇਹਨਾਂ ਦੀ ਕਿਸੇ ਨੂੰ ਨਹੀਂ ਜ਼ਰੂਰਤ ਹੋਣੀ, ਸੋਸਾਇਟੀ ਹੈ। ਸਤਿ ਸ਼੍ਰੀ ਅਕਾਲ ਬਾਪੂ ਜੀ। ਠੀਕ ਹੈ ਜੀ। ਕੀ ਹਾਲ ਚਾਲ ਤੁਹਾਡਾ? ਠੀਕ ਹੈ ਜੀ। ਕਿੱਥੋਂ ਆ ਤੁਸੀਂ? ਮਾਨਸਾ। ਮਾਨਸਾ। ਘਰ 'ਚ ਕੌਣ ਕੌਣ? ਦੋ ਹੀ ਲੜਕੀਆਂ ਗਲੀਆਂ, ਉਹ ਮੈਰਿਡ ਨੇ ਬਸ। ਤੇ ਬੇਟਾ? ਬੇਟਾ ਕੋਈ ਹੈ ਤੇ ਕਿਹੜੇ ਹਾਲਾਤਾਂ 'ਚ ਇੱਥੇ ਆਉਣਾ ਪਿਆ? ਇਹ ਬਸ ਦੋ ਬੇਟੀਆਂ, ਇਕੱਲਾ ਹੀ ਹੈ ਮੈਂ। ਨਹੀਂ, ਬੇਟੀਆਂ ਹੋਣ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਤੁਸੀਂ, ਤੁਹਾਡੇ ਕੋਈ ਸਾਂਭਣ ਵਾਲੀ ਬੇਟੀ ਦਾ ਤਾਂ ਮਤਲਬ, ਇਹਦਾ ਮਤਲਬ ਫੈਮਿਲੀ 'ਚ ਬੱਚੇ ਆ ਤੇ ਬੇਟੀਆਂ ਦੇਖਦੀਆਂ। ਬਸ ਬੈਠਾ ਮੈਂ ਵੀ ਇੱਕ ਬੈਰੀਅਰ ਹੈਗਾ ਜੀ ਆਪਣੀ ਫੈਮਿਲੀ। ਪਰ ਇਹ ਅੱਜ ਕੱਲ ਇਹ ਚੀਜ਼ਾਂ ਨਹੀਂ ਆ, ਜੇ ਪ੍ਰਾਪਰਟੀ ਬਰਾਬਰ ਹੈ ਸਾਰਾ ਕੁਝ, ਤੇ ਜੇ ਬੇਟੀ ਹੋਵੇ, ਕਹਿੰਦੇ ਕਿ ਅੱਜ ਕੱਲ ਬੇਟੀਆਂ ਸਾਂਭਦੀਆਂ, ਬੇਟੇ ਨਹੀਂ। ਐਕਚੁਅਲੀ ਜਿਹੜੇ ਇੱਕ ਪੁਰਾਣੇ ਰਿਚੁਅਲਸ ਬਣੇ ਹੋਏ ਨੇ ਨਾ ਜੀ, ਕਈ ਜਗ੍ਹਾ ਦੇ ਉੱਤੇ ਬਜ਼ੁਰਗ ਵੀ ਆਪਣੀ ਜਗ੍ਹਾ ਸਹੀ ਨੇ, ਔਰ ਕਈ ਜਗ੍ਹਾ ਬੱਚਿਆਂ ਦੀ ਸਿਚੁਏਸ਼ਨ ਵੀ ਇਦਾਂ ਦੀ ਸਹੀ ਹੁੰਦੀ ਹੈ। ਸੋ ਜਿਹੜੇ ਬਜ਼ੁਰਗ ਨੇ ਪੁਰਾਣੇ, ਇਹਨਾਂ ਦੇ ਇਹ ਰਿਚੁਅਲਸ ਨੇ ਵੀ ਅਸੀਂ ਬੇਟੀ ਦੇ ਘਰ ਦਾ ਪਾਣੀ ਵੀ ਨਹੀਂ ਪੀਣਾ, ਕਈ ਵਾਰ ਇਹ ਗੱਲ ਵੀ ਹੋ ਜਾਂਦੀ ਹੈ।
ਤੁਸੀਂ ਇਹ ਸੋਚਦੇ ਤੁਹਾਡੀ ਬੇਟੀ ਨੇ ਉਦਾਂ ਕਿਹਾ ਤੁਹਾਨੂੰ ਕਿ ਨਹੀਂ? ਨਹੀਂ ਨਹੀਂ ਬੇਟੀ ਨੇ ਕਿਹਾ ਉਦਾਂ ਕਦੇ ਤੁਹਾਨੂੰ? ਮੈਂ ਕਹਿੰਦਾ ਨਹੀਂ, ਫਿਰ ਵੀ ਪਰਿਵਾਰ ਦਾ ਉਹਨਾਂ ਦੇ ਕਰਕੇ ਜਾਂਦੇ ਨੇ। ਦੂਜਾ ਜਿਹੜੀਆਂ ਬੇਟੀਆਂ ਨੇ ਉਹਨਾਂ ਦੀ ਜਿਹੜੀ ਫੈਮਿਲੀ ਹੈ, ਜਿਹੜੀ ਫੈਮਿਲੀ ਦੇ ਵਿੱਚ ਉਹ ਮੈਰਿਡ ਨੇ, ਕਈ ਵਾਰ ਉੱਥੇ ਵੀ ਜਿਹੜਾ ਹੈਗਾ ਉਹਨਾਂ ਨੂੰ ਇਸ਼ੂਜ਼ ਆਉਂਦੇ ਨੇ ਕਿ ਉਹਨਾਂ ਦੀ ਜਿਹੜੀ ਪਰਸਨਲ ਲਾਈਫ ਹੈ ਹੋਰ ਹੈ, ਉਹਦੇ 'ਚ ਉਹ ਕਈ ਵਾਰ ਆਪਣੇ ਪੇਰੈਂਟਸ ਨੂੰ ਆਪਣੇ ਨਾਲ ਨਹੀਂ ਰੱਖ ਪਾਉਂਦੇ ਇਸ ਸਿਚੁਏਸ਼ਨ 'ਚ, ਜਦੋਂ ਬ੍ਰਦਰ ਦੀ ਡੈਥ ਹੋ ਜੇ ਜਾਂ ਬ੍ਰਦਰ ਨਾ ਹੋਵੇ, ਲੜਕੀ ਸਿੰਗਲ ਹੋਵੇ। ਸੋ ਇਹ ਦੋ ਹੀ ਆਸਪੈਕਟ ਹੈ ਮੇਨ। ਇੱਕ ਰਿਚੁਅਲਸ ਨੇ ਬਜ਼ੁਰਗਾਂ ਦੀ ਤਰਫ ਤੋਂ ਕਿ ਵੀ ਅਸੀਂ ਰਿਵਾਜ ਜਿਹੜੇ ਬਣੇ ਹੋਏ ਨੇ ਵੀ ਅਸੀਂ ਤਾਂ ਬੇਟੀ ਦੇ ਘਰ ਰਹਿ ਨਹੀਂ ਸਕਦੇ, ਕਿ ਵੀ ਅਸੀਂ ਘਰ ਦਾ ਪਾਣੀ ਨਹੀਂ ਪੀ ਸਕਦੇ। ਇੱਕ ਇਹ ਗੱਲ ਹੈ। ਦੂਜੀ ਗੱਲ ਇਹ ਹੈ ਕਿ ਵੀ ਜਿਹੜੀ ਬੇਟੀ ਹੈ ਉਹਦੀ ਆਪਣੀ ਨਿੱਜੀ ਜ਼ਿੰਦਗੀ ਹੁੰਦੀ ਹੈ। ਕਈ ਵਾਰ ਬੇਟੀ ਚਾਹੁੰਦੀ ਹੋਈ ਵੀ ਰੱਖਣਾ ਵੀ ਚਾਹਵੇ ਤਾਂ ਕਈ ਵਾਰ ਉਹਦਾ ਹਸਬੈਂਡ ਨਹੀਂ ਅਲਾਉ ਕਰਦਾ ਕਿ ਯਾਰ ਤੁਸੀਂ ਮੇਰੇ ਲਈ ਕੀ ਇਹ। ਮੈਂ ਇਸ ਸਿਚੁਏਸ਼ਨ ਨੂੰ ਬੜੀ ਬੈਟਰ ਸਮਝਦਾ। ਪਰ ਇਹ ਬਹੁਤ ਹੈਰਾਨੀਜਨਕ ਵਾਲਾ ਰੁਝਾਨ ਹੈ ਕਿ ਜੇ ਨਹੀਂ ਬੱਚਾ ਹੈਗਾ ਫਿਰ ਤਾਂ ਗੱਲ ਸਮਝ ਆਉਂਦੀ ਆ, ਪਰ ਜੇ ਬੇਟੀਆਂ ਹੈਗੀਆਂ ਤੇ ਮੇਰੇ ਖਿਆਲ 'ਚ ਹਾਲਾਤ ਜਿਵੇਂ ਮਰਜ਼ੀ ਉਹ ਬਣਾਉਣੇ ਚਾਹੀਦੇ ਆ। ਔਰ ਵੈਸੇ ਹੀ ਹੁਣ ਤਾਂ ਇਹ ਪ੍ਰਚਲਿਤ ਹੈ ਕਿ ਬੇਟੀਆਂ ਬੇਟਿਆਂ ਨਾਲੋਂ ਜ਼ਿਆਦਾ ਕਰਦੀਆਂ, ਪਰ ਜੇ ਬੇਟੀਆਂ ਹੋਣ ਦੇ ਬਾਵਜੂਦ ਵੀ ਪੇਰੈਂਟਸ ਇਸ ਹਾਲਤ 'ਚ ਆ ਤੇ ਉਹ ਹੈਰਾਨੀ ਵਾਲੀ ਗੱਲ ਹੈ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਤੁਸੀਂ? ਹਾਂਜੀ ਠੀਕ ਹੈ ਜੀ। ਲੋਹੜੀ ਦੀਆਂ ਮੁਬਾਰਕਾਂ। ਮੁਬਾਰਕਾਂ ਜੀ। ਤੁਸੀਂ ਇੱਥੇ ਕਦੋਂ ਤੋਂ ਹੋ? ਹਾਂਜੀ ਇਸ 1.5 ਸਾਲ ਹੋ ਗਿਆ ਜੀ। 1.5 ਸਾਲ ਹੋ ਗਿਆ। ਹਾਂਜੀ। ਘਰ 'ਚ ਕੌਣ ਕੌਣ ਆ ਪਿੱਛੇ? ਘਰ 'ਚ ਮੈਂ ਐਸਰ ਮੇਰੇ ਬ੍ਰਦਰ ਹੈ ਜੀ। ਇਹ ਤਾਂ ਇਕੱਲੇ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ ਸੀ। ਵਿਆਹ ਨਹੀਂ ਕਰਾਇਆ। ਹਾਂਜੀ। ਤੇ ਉਹਨਾਂ ਕੋਲੇ ਕਿਉਂ ਨਹੀਂ ਰਹਿੰਦੇ ਫਿਰ ਤੁਸੀਂ? ਉਹ ਇੱਥੇ ਛੱਡ ਗਏ ਜੀ ਮੈਨੂੰ। ਮੈਂ ਪਹਿਲਾਂ ਪ੍ਰੈਸ ਦਾ ਕੰਮ ਕਰਦਾ ਸੀ। ਅੱਛਾ। ਪ੍ਰਿੰਟਿੰਗ ਪ੍ਰੈਸ ਦਾ। ਹਾਂ। ਉਹ ਫਿਰ ਕੰਮ ਬੰਦ ਹੋ ਗਿਆ। ਅੱਛਾ। ਫਿਰ ਮੈਂ ਗੁਰਦੁਆਰਿਆਂ ਦਾ ਕੰਮ ਕਰਨ ਲੱਗ ਪਿਆ। ਨਿਹੰਗਾਂ 'ਚ ਚਲੇ ਗਿਆ, ਗੁਰਦੁਆਰਿਆਂ ਦਾ ਕੰਮ ਕਰਨ ਲੱਗ ਪਿਆ। ਉੱਥੇ ਅੱਜ ਕੱਲ੍ਹ ਬਿਮਾਰੀ ਦਾ ਕੰਮ ਚੱਲ ਪਿਆ, ਉਹ ਕੰਮ ਬੰਦ ਹੋ ਗਿਆ ਸੀਗਾ। ਫਿਰ ਮੈਂ ਉੱਥੇ ਰਹਿਣ ਲੱਗ ਪਿਆ ਸੀਗਾ ਬਿਆਸ ਰਹਿਣ ਲੱਗ ਪਿਆ। ਫਿਰ ਭਰਾ ਨੂੰ ਪਤਾ ਲੱਗਾ, ਭਰਾ ਮੈਨੂੰ ਇੱਥੇ ਲੈ ਆਇਆ। ਫਿਰ ਉਹਨਾਂ ਨੇ ਤੁਸੀਂ ਭਰਾ ਨਾਲ ਕਾ ਤੁਹਾਨੂੰ ਭਰਾ ਦਾ ਪਰਿਵਾਰ ਹੈਗਾ ਘਰ 'ਚ? ਹਾਂਜੀ ਭਰਾ ਦਾ ਪਰਿਵਾਰ ਹੈਗਾ ਘਰ 'ਚ? ਪਰਿਵਾਰ ਉਹ ਦੋਵੇਂ ਜੀ ਆਈ, ਉਹਨਾਂ ਦੀ ਫੈਮਿਲੀ ਬਾਹਰ ਆਈ। ਅੱਛਾ। ਤੁਸੀਂ ਕਦੋਂ ਇੱਥੇ ਆ ਗਏ? ਤੁਸੀਂ ਉਹਨਾਂ ਨਾਲ ਰਹਿ ਕੇ ਥੋੜਾ ਜ਼ਿਆਦਾ ਜੀ ਨਹੀਂ ਸੀ ਲੱਗਣਾ? ਉਹ ਇੱਥੇ ਛੱਡ ਗਈ ਮੈਨੂੰ। ਉਹ ਕਹਿੰਦੇ ਅਸੀਂ ਬਾਹਰ ਵੀ ਜਾਣਾ ਹੁੰਦਾ ਹੈ। ਉਹਨਾਂ ਦੀ ਬੇਟੀਆਂ ਬਾਹਰ ਆ ਨਾ, 2 ਬੇਟੀਆਂ ਉਹਨਾਂ ਦੀਆਂ। ਤੁਹਾਡਾ ਫਿਰ ਇੱਥੇ ਜੀ ਲੱਗ ਜਾਂਦਾ? ਹਾਂਜੀ 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 ਆਉਂਦੇ ਮੇਰੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਤੁਸੀਂ? ਹਾਂਜੀ ਬਹੁਤ ਵਧੀਆ ਖੁਸ਼ ਹੈ ਜੀ। ਖੁਸ਼ ਹੋ? ਹਾਂਜੀ। ਇੱਥੇ ਕਦੋਂ ਤੋਂ ਹੋ ਤੁਸੀਂ? 2-2.5 ਸਾਲ ਹੋ ਗਏ ਜੀ। ਘਰੇ ਕੌਣ ਕੌਣ ਆ ਬਾਪੂ ਜੀ? ਸਾਰਾ ਹੀ ਪਰਿਵਾਰ ਹੈਗਾ ਜੀ। 3 ਬੇਟੀਆਂ ਨੇ, 1 ਬੇਟਾ। ਅੱਛਾ। ਫਿਰ ਇੱਥੇ ਕਿਹੜੇ ਹਾਲਾਤਾਂ 'ਚ ਰਹਿ ਰਹੇ ਹੋ? ਇਸ ਕਰਕੇ ਜੀ ਜਿਹੜਾ ਮੇਰਾ ਪਰਿਵਾਰ ਸੀਗਾ ਉਹ ਆਪਣੀ ਜਗ੍ਹਾ ਸੈੱਟ ਹੋ ਗਿਆ। ਅੱਛਾ ਜੀ। ਤੇ ਬਾਕੀ ਹੁਣ ਬੇਟੇ ਦਾ ਪਰਿਵਾਰ ਹੈਗਾ ਤੇ ਉਹਦੀ ਵਹੁਟੀ ਆ, ਤੇ ਉਹਨਾਂ ਨਾਲ ਨਹੀਂ ਬਣਦੀ, ਉਹ ਨਹੀਂ ਰੱਖਣਾ ਚਾਹੁੰਦੇ। ਜਦੋਂ ਪਰਿਵਾਰ ਸੈੱਟ ਹੁੰਦਾ ਨਾ, ਜਦੋਂ ਬੱਚੇ ਨੂੰ ਤੁਸੀਂ ਪਤਾ ਨਹੀਂ ਕਿੰਨੇ ਚਾਵਾਂ ਨਾਲ ਬੇਟੇ ਨੂੰ ਵੱਡਾ ਕੀਤਾ ਹੋਣਾ। ਬਹੁਤ ਚਾਅ ਕਰਿਆ ਜੀ, ਬਹੁਤ ਜ਼ਿਆਦਾ ਚਾਅ ਕਰਿਆ ਬੱਚਾ। ਪਰਿਵਾਰ ਸੈੱਟ ਹੁੰਦਾ, ਬੱਚੇ ਕਮਾਈ ਕਰਨ ਲੱਗ ਜਾਂਦੇ, ਸੈੱਟ ਫਿਰ ਤਾਂ ਮਾਪੇ ਦੀ ਬਾਹਲੀ ਲੋੜ ਹੁੰਦੀ। ਉਹ ਤਾਂ ਘਰ ਦੇ ਸੌਂਦੇ ਆ, ਜਿੰਦੇ ਹੁੰਦੇ ਕਹਿੰਦੇ ਬਜ਼ੁਰਗ ਤਾਂ ਘਰ ਦੇ, ਉਹ ਤਾਂ ਸੌਂਦੇ ਆ ਵਿਹੜਿਆਂ 'ਚ ਬੈਠੇ। ਕਿਉਂ ਨਹੀਂ ਚਾਹੀਦੇ ਤੁਸੀਂ ਉਹਨਾਂ ਨੂੰ? ਪਤਾ ਨਹੀਂ ਕੀ ਚੱਕਰ ਹੈਗਾ ਜੀ ਉਹਨਾਂ ਦਾ, ਇਹ ਤਾਂ ਉਹਨਾਂ ਨੂੰ ਪਤਾ ਹੋਊਗਾ। ਤੁਹਾਡਾ ਮਨ ਕੀ ਕਹਿੰਦਾ? ਤੁਹਾਨੂੰ ਯਾਦ ਆਉਂਦੀ? ਨਹੀਂ ਯਾਦ ਤਾਂ ਆਉਂਦੀ ਆ। ਮੈਂ ਚਲਾ ਜਾਂਦਾ, ਸਭ ਭੇਜ ਦਿੰਦੇ ਨੇ ਮੈਨੂੰ ਘਰ ਜਾ ਕੇ, ਬੱਚਿਆਂ ਨੂੰ ਮਿਲ ਕੇ ਆਉਣਾ। ਮੈਂ 1 ਰਾਤ ਲਾਇਆ ਨਾ, ਤੇ ਬਾਕੀ ਉੱਥੇ ਦਿਲ ਨਹੀਂ ਲੱਗਦਾ, ਮੇਰਾ ਦਿਲ ਇੱਥੇ ਹੀ ਲੱਗਦਾ। ਮੈਂ ਨਹੀਂ ਜਾਣਾ ਘਰ। ਪੋਤੇ ਪੁੱਤੀਆਂ ਹੈਗੇ? ਸਭ ਕੁਛ ਹੈਗਾ ਜੀ। ਉਹ ਤਾਂ ਆਉਂਦਾ ਹੋਊਗਾ ਬਾਪੂ। ਆਉਂਦਾ ਤਾਂ ਹੈਗਾ, ਫਿਰ ਹੁਣ ਕਰਾਂ ਕੀ ਆ, ਮਜਬੂਰ ਹੈਗਾ ਮੈਂ। ਤੁਹਾਨੂੰ ਵੀ ਗੁੱਸਾ ਆਉਂਦਾ ਇਹਦਾ ਮਤਲਬ? ਗੁੱਸਾ ਆਉਂਦਾ, ਹੋਰ ਕੀ ਕਰਾਂ ਮੈਂ। ਬੇਟੀਆਂ ਨੇ ਬੇਟੀਆਂ ਰੱਖਣਾ ਚਾਹੁੰਦੀਆਂ ਨੇ, ਪਰ ਮੈਂ ਉੱਥੇ ਕਿਵੇਂ ਰਵਾਂ? ਸਾਹਿਬ ਨੇ ਪਹਿਲਾਂ ਦੱਸ ਹੀ ਦਿੱਤਾ। ਹੁਣ ਜਿਹੜੇ ਜਵਾਈ ਨੇ ਉਹਨਾਂ ਦੇ ਕੋਲ ਮੰਜਾ ਢਾ ਕੇ ਬੈੱਡ ਤੇ ਮੈਂ ਕਿਵੇਂ ਪੈ ਸਕਦਾ? ਬੇਟੀਆਂ ਦੇ ਕੋਲ ਪੈ ਨਹੀਂ ਸਕਦਾ ਨਾ ਮੈਂ। ਬੇਟੇ ਦੇ ਘਰ ਰਹਿ ਨਹੀਂ ਸਕਦਾ, ਰਹਾਂ ਕਿੱਥੇ? ਇੱਥੇ ਬਸ ਲਾਸਟ ਇਹੀ ਘਰ ਹੈਗਾ ਜੀ, ਇਹਨਾਂ ਦੇ ਕੋਲ ਹੀ ਹੈ। ਪਤਾ ਨਹੀਂ ਮੈਂ ਕੀ ਕਵਾਂ ਇਹਨਾਂ ਚੀਜ਼ਾਂ ਨੂੰ। ਸਤਿ ਸ਼੍ਰੀ ਅਕਾਲ ਬਾਪੂ ਜੀ। ਠੀਕ ਹੋ ਤੁਸੀਂ? ਹਾਂਜੀ। ਇੱਥੇ ਕਦੋਂ ਤੋਂ ਹੋ ਤੁਸੀਂ? 4 ਸਾਲ ਹੋਏ। 4 ਸਾਲ ਹੋ ਗਏ। ਕਾਤੋਂ ਆ ਗਏ ਇੱਥੇ? ਬਾਜੀ ਹੋ ਗਏ, ਲੈ ਜ਼ਿੰਦਗੀ ਵਿੱਚ ਆ ਗਏ ਜੀ। ਅੱਛਾ। ਇਹ ਵੀਰੇ ਇਕੱਲੇ ਆ? ਕੱਲੇ ਆਂ, ਕੋਈ ਨਹੀਂ ਆਪਣਾ ਜੀ। ਤੇ ਭਰਾ ਭਰੂ ਕੋਈ ਹੋਰ ਫੈਮਿਲੀ 'ਚ? ਹੈ ਸਭ ਕੁਝ, ਹੈ ਕੁਝ ਨਹੀਂ, ਹੈ ਸਭ ਕੁਝ, ਪੱਲੇ ਕੁਝ ਨਹੀਂ। ਯਾਨੀ ਕਿ ਮੇਲ ਜੋਲ ਕੋਈ ਨਹੀਂ ਉਹਨਾਂ ਨਾਲ, ਹੈ ਸਭ ਕੁਝ ਭਗਵਾਨ ਨੇ ਦਿੱਤਾ। ਭਰਾ ਹੈਗੇ, ਭਤੀਜੇ ਹੈਗੇ, ਬਸ ਕੁਝ ਨਹੀਂ। ਬਸ ਆਪਣਾ ਕੱਲਾ ਹੋ ਰਹੀ ਹੈ। ਇੱਥੇ ਭੈਣ ਭਰਾ ਨੇ ਮੇਰੇ ਤਾਂ ਇੱਥੇ ਹੀ ਬਸ। ਤੁਹਾਡਾ ਜੀ ਨਹੀਂ ਕਰਦਾ ਕਦੇ ਜਾਣ ਨੂੰ? ਨਾ ਹੀ ਮੇਰਾ ਜੀ ਕਰਦਾ, ਮੇਰਾ ਇੱਥੇ ਜੀ ਲੱਗਾ ਹੈ ਜੀ।
ਵੀਰੇ ਕਿੱਡੀ ਵੱਡੀ ਗੱਲ ਹੈ ਕਿ ਹੈ ਸਾਰਾ ਕੁਝ ਤੇ ਹੈ ਕੁਝ ਵੀ ਨਹੀਂ। ਸਭ ਤੋਂ ਜ਼ਿੰਮੇਵਾਰ ਬਜ਼ੁਰਗ ਨੇ ਜੀ ਇਹ, ਅੱਛਾ ਜੀ, ਬਹੁਤ ਜ਼ਿੰਮੇਵਾਰ ਇਨਸਾਨ ਹੈ ਜੀ ਇਹ। ਜ਼ਿੰਮੇਵਾਰ ਬਜ਼ੁਰਗ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ ਜੀ। ਇਹ ਐਡੇ ਜ਼ਿੰਮੇਵਾਰ। ਇੱਕ ਬਾਪੂ ਜੀ ਹੋਰੇ, ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ। ਕਿੱਦਾਂ ਤੁਸੀਂ? ਠੀਕ ਆ ਉਰੇ ਠੀਕ ਆ। ਪੂਰੇ ਠੀਕ ਹੋ? ਪਹਿਲਾਂ ਕਿੱਥੇ ਠੀਕ ਨਹੀਂ ਸੀ ਤੁਸੀਂ? ਪਹਿਲੇ ਪਟਿਆਲੇ ਸੀਗਾ ਬੱਸ ਸਟੈਂਡ, ਅੱਛਾ ਉਹ ਸਰਟੀਫਿਕੇਟ ਅੱਛਾ। ਮੁੰਡਾ ਤੰਗ ਕਰਨ ਲੱਗ ਗਿਆ ਨਾ। ਕਿੰਨੇ ਬੱਚੇ ਕਿੰਨੇ ਤੁਹਾਡੇ ਬਾਪੂ? ਦੋ ਕੁੜੀ ਮੁੰਡਾ। ਕੁੜੀ ਮੁੰਡਾ। ਕੁੜੀ ਦਾ ਪੁੱਛਦੀ ਆਉਂਦੀ ਆ ਉਹਦੀ, ਅੱਛਾ ਉਹ ਹੀ ਛੱਡ ਕੇ ਗਈ ਉਹਦੇ। ਅੱਛਾ। ਤੇ ਬੇਟਾ? ਬੇਟਾ ਨਸ਼ੇ ਕਰਦਾ। ਅੱਛਾ। ਸਾਰਾ ਹੁਣ ਮੈਂ ਵਿੱਚੋਂ ਜਾ ਕੇ ਘਰੇ ਸਾਰਾ ਮਕਾਨ ਤੋੜ ਫੋੜ ਕਰਤੀ। ਅੱਛਾ। ਵਿਆਹਿਆ ਨਹੀਂ? ਹਾਲੇ 35 ਸਾਲ ਦੀ ਉਮਰ ਹੋ ਗਈ ਉਹਦੀ। ਅੱਛਾ। ਹੁਣ ਕਿਹਾ ਵਿਆਹ ਕਰਾ ਲੈ, ਸਭ ਕੁਝ ਕਿਹਾ ਵੀ ਮਕਾਨ ਵੀ ਠੀਕ ਹੈ ਪਰ ਕਰ ਲੈ। ਕਹਿੰਦਾ ਮਕਾਨ ਹੋਰ ਲੈ ਦੋ, ਕਾਰ ਲੈ ਦੋ, ਫੇਰ ਵਿਆਹ ਕਰਾਵਾਂਗਾ। 1.5 ਲੱਖ ਦਾ ਮਕਾਨ ਲੈ ਦੋ, 150 ਗਜ ਦਾ। ਤਾਂ ਮੈਂ ਕਿਹਾ ਚਲੋ ਮੇਰੇ ਕੋਲ ਪੈਸਾ ਨਹੀਂ ਹੈਗਾ। ਬਾਪੂ ਜੀ ਤੁਸੀਂ ਕੀ ਕਰਦੇ ਰਹੇ ਆ ਪਹਿਲਾਂ? ਕਬਾੜ ਦਾ ਕੰਮ। ਤੇ ਉਹ ਨਸ਼ੇ ਤੇ ਕਿਵੇਂ ਲੱਗ ਗਿਆ? ਉਹਦੀ ਸੰਗਤ ਜਿਹੜੇ ਨਹਿਰ ਤਰਵੈਣੀ ਜੋ ਕੋਈ ਮੰਦਰ ਨਹੀਂ ਨਹਿਰ ਦਾ, ਉਹਦੇ ਸਾਹਮਣੇ ਜਿਹੜੀ ਗਲੀ ਹੈ ਅੱਗੇ ਜਾ ਕੇ ਇੱਕ ਮੰਦਰ ਰਹਿੰਦਾ ਹੋਰ ਸ਼ਿਵ ਜੀ ਦਾ, ਉੱਥੇ ਰਹਿੰਦੇ ਨਸ਼ੇੜੀ ਦੀ। ਤੁਹਾਡੀ ਵਾਈਫ? ਉਹਨੂੰ 10 ਸਾਲ ਹੋ ਗਏ ਮਰੇ ਨੂੰ। ਉਸ ਤੋਂ ਬਾਅਦ ਵਿਗੜਿਆ, ਉਹਦੇ ਹੁੰਦੇ ਠੀਕ ਸੀਗਾ। ਸੋ ਇਹ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ। ਮੈਂ ਇਹ ਚਾਹੁੰਦੀ ਹਾਂ ਮਾਹੌਲ ਥੋੜਾ ਜਿਹਾ ਜ਼ਿਆਦਾ ਸੰਜੀਦਾ ਹੋ ਗਿਆ। ਸੋ ਇੱਕ ਨਾ ਮਾਂ ਬਹੁਤ ਸੋਹਣੀਆਂ ਬੋਲੀਆਂ ਪਾਉਂਦੀ ਤੇ ਇੱਕ ਮਾਂ ਨੱਚਦੀ ਬਹੁਤ ਸੋਹਣਾ ਵਾ। ਇਹਨਾਂ ਦੀ ਆਪਾਂ ਬੋਲੀ ਜ਼ਰੂਰ ਸੁਣ ਲੈਂਦੇ ਆ। ਤੇ ਮਾਂ ਤੁਸੀਂ ਬੋਲੀ ਪਾ ਦੋਗੇ ਇੱਕ? ਆ ਜਾਓ। ਇਹ ਮਾਂ ਨੱਚਦੇ ਬਹੁਤ ਸੋਹਣਾ, ਪਰ ਇਹ ਇਹਨਾਂ ਦੀ ਮੈਨੂੰ ਆ ਕੇ ਕੁਝ ਕਹਾਣੀਆਂ ਜਿਹੜੀਆਂ ਵੀਰੇ ਕੋਲੋਂ ਪਤਾ ਲੱਗ ਗਈਆਂ ਸੀ ਕਿ ਕਿੱਦਾਂ ਦੇ ਹਾਲਾਤਾਂ 'ਚੋਂ ਕਿਸੇ ਦਾ ਬੱਚਾ ਨਸ਼ਾ ਕਰਦਾ ਔਰ ਘਰ ਦੇ ਵਿੱਚ ਮਾਹੌਲ ਹੀ ਰਹਿਣ ਯੋਗ ਨਹੀਂ ਛੱਡਿਆ। ਉਹ ਬਜ਼ੁਰਗ ਇੱਥੇ ਆ, ਕਿਸੇ ਦੇ ਬੱਚੇ ਹੈਗੇ ਆ ਤੰਦਰੁਸਤ ਆ, ਉਹਨਾਂ ਨੂੰ ਪਾਲ ਪੋਸ ਕੇ ਘਰ ਬਾਹਰ ਦਿੱਤੇ, ਪਰ ਉਹਨਾਂ ਬੱਚਿਆਂ ਨੂੰ ਬਾਅਦ 'ਚ ਲੱਗਿਆ ਕਿ ਸਾਨੂੰ ਇਹਨਾਂ ਬਜ਼ੁਰਗਾਂ ਦੀ ਲੋੜ ਨਹੀਂ। ਸੋ ਪੂਰਾ ਇੱਕ ਜੋੜਾ ਜਿਹੜਾ ਬੈਠਾ, ਉਹਦੇ ਵਿੱਚ ਮਾਂ, ਮੈਨੂੰ ਬਹੁਤ ਖੁਸ਼ੀ ਹੋਈ ਕਿ ਚੜ੍ਹਦੀ ਕਲਾ 'ਚ ਇੰਨੀ ਖੁਸ਼ ਮਾਂ ਦੀ ਲੋੜ ਪਤਾ ਨਹੀਂ ਕਿਉਂ ਨਹੀਂ ਆ। ਮਾਂ ਤੁਸੀਂ ਹਾਂ ਮੈਨੂੰ ਕੋਈ ਬੋਲੀ ਪਾ ਕੇ ਦਿਖਾ ਦਿਓ। ਤੁਸੀਂ ਪਹਿਲਾਂ ਨੱਚਦੇ ਪਏ ਸੀ ਜਦੋਂ ਮੈਂ ਆਈ ਸੀ, ਬੜਾ ਸੋਹਣਾ। ਹਾਂ। ਸੈਂਡਲ ਭੇਜੇ ਮੇਰੇ ਆਗੇ ਮੇਚ ਵੀਰਾ ਵੀ ਤੈਨੂੰ ਯਾਦ ਕਰਾਂ। ਨੱਚ ਲਓ ਮਾਂ ਨਾਲ। ਇੱਕ ਹੋਰ ਪਾ ਦਿਓ, ਇੱਕ ਵਾਰੀ ਹੋਰ। ਸੋ ਇਹ ਆਨਰ ਦੀ ਇੱਕ ਕੋਸ਼ਿਸ਼ ਸੀ ਕਿ ਇਹ ਲੋਹੜੀ ਜਿਹੜੀ ਹੈ ਇਸ ਵਾਰ ਦੀ ਇਹਨਾਂ ਬਜ਼ੁਰਗਾਂ ਦੇ ਨਾਲ ਮਨਾਈ ਜਾਵੇ ਤੇ ਨਾਲ ਦੀ ਨਾਲ ਸਾਡੇ ਸਮਾਜ ਦੀ, ਜਿਹਦੇ ਵਿੱਚ ਅਸੀਂ ਬਹੁਤ ਵੱਡੀਆਂ ਗੱਲਾਂ ਕਰਦੇ ਹਾਂ ਔਰ ਅਸਲ ਹਕੀਕਤ ਸਾਡੀ ਇਹ ਆ। ਇੱਕ ਬਹੁਤ ਛੋਟਾ ਜਿਹਾ ਰੂਪ ਦੇਖਿਆ ਤੁਸੀਂ, ਇੱਕ ਅਨਾਥ ਆਸ਼ਰਮ, ਇੱਕ ਬਿਰਧ ਆਸ਼ਰਮ, ਜਿਹਦੇ ਵਿੱਚ ਬਜ਼ੁਰਗ ਜਦੋਂ ਉਹਨਾਂ ਨੇ ਸਾਡੇ ਘਰਾਂ ਦਾ ਸ਼ਿੰਗਾਰ ਬਣਨਾ ਹੁੰਦਾ, ਜਦੋਂ ਸਾਡੇ ਬੂਹਿਆਂ ਦੇ ਉੱਤੇ, ਅਸੀਂ ਆਮ ਹੀ ਪੰਜਾਬੀ ਦੇ ਵਿੱਚ ਕਹਾਵਤ ਬੋਲਦੇ ਹਾਂ ਕਿ ਬਜ਼ੁਰਗ ਘਰਾਂ ਦੇ ਜਿੰਦਰੇ ਹੁੰਦੇ ਆ, ਸ਼ੋਭਦੇ ਆ ਘਰਾਂ ਦੇ ਵਿੱਚ, ਉਦੋਂ ਇਹ ਸਮਾਜ ਦੀ ਹਕੀਕਤ ਹੈ ਕਿ ਸਾਨੂੰ ਆਪਣੇ ਉਹਨਾਂ ਬਜ਼ੁਰਗਾਂ ਦੀ ਲੋੜ ਹੀ ਨਹੀਂ ਮਹਿਸੂਸ ਹੁੰਦੀ ਜਿਨ੍ਹਾਂ ਨੇ ਆਪਣੀ ਜਵਾਨੀ ਸਾਰੀ ਦੀ ਸਾਰੀ ਸਾਡੀ ਜ਼ਿੰਦਗੀ ਨੂੰ ਬਹੁਤ ਬਿਹਤਰ ਕਰਨ ਦੇ ਵਿੱਚ ਲਾਈ ਹੁੰਦੀ ਆ। ਇਸ ਲੋਹੜੀ ਦੇ ਵਿੱਚ ਇਹ ਇੱਕ ਸੁਨੇਹਾ ਜਿਹੜਾ ਜ਼ਰੂਰ ਤੁਹਾਡੇ ਰੂਬਰੂ ਕਰਨਾ ਚਾਹੁੰਦੀ ਹਾਂ। ਇੱਕ ਬਹੁਤ ਛੋਟਾ ਜਿਹਾ ਰੂਪ ਆ ਬਿਰਧ ਆਸ਼ਰਮ ਦਾ। ਤੁਹਾਨੂੰ ਸਭ ਨੂੰ ਪਤਾ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਵੱਡੇ ਬਿਰਧ ਆਸ਼ਰਮ, ਅਨਾਥ ਆਸ਼ਰਮ ਦੇ ਵਿੱਚ ਦਿਲ ਕੰਬਾਊ ਕਹਾਣੀਆਂ ਦੇ ਨਾਲ ਬਜ਼ੁਰਗ ਜਿਹੜੇ ਆ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਰੋਕੇ ਹੋਏ ਤੇ ਬੁੱਲਾਂ ਦੇ ਉੱਤੇ ਮੁਸਕਰਾਹਟ ਲੈ ਕੇ ਬੈਠੇ ਹੋਏ ਨੇ। ਔਰ ਸ਼ੁਕਰੀਆ ਅਸੀਂ ਉਹਨਾਂ ਲੋਕਾਂ ਦਾ ਕਰਦੇ ਹਾਂ ਜਿਹੜੇ ਇਦਾਂ ਦੀ ਸੇਵਾ ਜਿਹੜੀ ਆ ਨਿਰੰਤਰ ਨਿਭਾ ਰਹੇ ਨੇ। ਸੋ ਦੇਖ ਸਕਦੇ ਹੋ ਬਹੁਤ ਪਰੇਸ਼ਾਨੀ ਵਾਲੇ ਹਾਲਾਤਾਂ 'ਚ ਪਤਾ ਨਹੀਂ ਕੀ ਮਨਾਂ ਦੇ ਵਿੱਚ ਆਉਂਦਾ ਹੋਊਗਾ ਤੇ ਕੀ ਨਹੀਂ। ਸੋ ਔਨ ਏਅਰ ਦੇ ਜ਼ਰੀਏ ਇਸ ਵਾਰ ਦੀ ਲੋਹੜੀ ਤੁਹਾਨੂੰ ਸਭਨਾਂ ਨੂੰ ਮੁਬਾਰਕ, ਪਰ ਆਪਣੇ ਫਰਜ਼ ਜਿਹੜੇ ਆ ਉਹ ਯਾਦ ਰੱਖਣੇ ਜ਼ਰੂਰੀ ਆ ਕਿ ਜਿਨ੍ਹਾਂ ਬਜ਼ੁਰਗਾਂ ਨੇ, ਜਿਨ੍ਹਾਂ ਮਾਪਿਆਂ ਨੇ ਆਪਣੀ ਜਵਾਨੀ ਸਾਡੀ ਜ਼ਿੰਦਗੀ ਨੂੰ ਬਿਹਤਰ ਕਰਨ ਦੇ ਲਈ ਗਵਾਈ ਹੋਵੇ, ਉਹਨਾਂ ਦੇ ਲਈ ਅੰਤਲੇ ਸਮੇਂ ਦੇ ਵਿੱਚ ਆਪਣੇ ਘਰਾਂ ਦੇ ਬੂਹੇ ਬੰਦ ਨਾ ਕਰਿਆ ਕਰੋ, ਜਿਨ੍ਹਾਂ ਦੀਆਂ ਨੀਹਾਂ ਇਹਨਾਂ ਬਜ਼ੁਰਗਾਂ ਦੀ ਮਿਹਨਤ ਨੇ ਰੱਖੀਆਂ ਹੁੰਦੀਆਂ ਨੇ। ਤੁਹਾਨੂੰ ਸਭਨਾਂ ਨੂੰ ਲੋਹੜੀ ਮੁਬਾਰਕ। ਔਨ ਏਅਰ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਸਭ ਨੂੰ ਲੋਹੜੀ ਮੁਬਾਰਕ। ਤੁਹਾਡੀ ਸਭ ਦੀ ਜ਼ਿੰਦਗੀ ਬਹੁਤ ਖੁਸ਼ ਨਸੀਬ ਰਹੇ, ਪਰ ਇਹਨਾਂ ਸਾਰੇ ਫਰਜ਼ਾਂ ਦੇ ਵੱਲੋਂ ਆਪਣੇ ਮੂੰਹ ਨਾ ਮੋੜੀਏ। ਇਹਦੇ ਲਈ ਜ਼ਰੂਰ ਯਾਦ ਰੱਖੀਏ ਕਿ ਸਾਡੇ ਬਜ਼ੁਰਗ ਸਾਡੇ ਲਈ ਬਹੁਤ ਅਹਿਮ ਕੜੀ ਨੇ ਔਰ ਜ਼ਿੰਦਗੀ ਇਹਨਾਂ ਬਿਨਾਂ ਅਧੂਰੀ ਹੈ। ਇਹ ਅਸੀਂ ਹਮੇਸ਼ਾ ਯਾਦ ਰੱਖੀਏ। ਦੇਖਦੇ ਰਹੋ ਔਨ ਏਅਰ। ਫਿਲਹਾਲ ਦਿਓ ਇਜਾਜ਼ਤ। ਸ਼ੁਕਰੀਆ।